ਜਿਸ ਵਕਤ ਸੁਰੱਖਿਆ ਦੀ ਗੱਲ ਆਉਂਦੀ ਹੈ ਨਾ, ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ, ਤੁਸੀਂ ਲਗਾਤਾਰ ਉਹਨਾਂ ਦੇ ਵਿੱਚ ਵਿਚਰਦੇ ਹੋ। ਦੇਖੋ ਸਰਕਾਰਾਂ ਤੇ ਆਂਦੀਆਂ ਰਹਿਣਗੀਆਂ ਤੇ ਜਾਂਦੀਆਂ ਰਹਿਣਗੀਆਂ। ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਹੋਣਗੇ ਜਿਹੜੇ ਇੱਕ ਦੂਜੇ ਤੇ ਝੂਠੇ ਇਲਜ਼ਾਮ ਵੀ ਲਗਾਉਂਦੇ ਹੋਣਗੇ। ਅੱਜ ਹੀ ਇੱਕ ਲੜਕੀ ਆਈ ਹੋਈ ਸੀ, ਕਹਿੰਦੀ ਮੇਰਾ ਸ਼ਾਦੀ ਹੋਈ ਹੈ, ਉਸ ਤੋਂ ਬਾਅਦ ਉਹਨੇ ਮੇਰੇ ਨਾਲ ਰੇਪ ਕਰਤਾ। ਮੈਂ ਕਿਹਾ ਹਸਬੈਂਡ ਨੇ ਕਿਸ ਤਰ੍ਹਾਂ ਰੇਪ ਕਰ ਸਕਦਾ? ਕਹਿੰਦੀ 2-3 ਮੁੰਡੇ ਲਿਆ ਕੇ ਕਰਤਾ। ਐ ਨਹੀਂ ਕਹਿੰਦੇ ਕਿ ਸਾਰੀਆਂ ਲੜਕੀਆਂ ਹੀ ਸਹੀ ਹੁੰਦੀਆਂ ਨੇ ਜਾਂ ਸਾਰੇ ਮੁੰਡੇ ਹੀ ਗਲਤ ਹੁੰਦੇ ਨੇ। ਹਰ ਦੇਸ਼ 10 ਚੋਂ 3% ਮੁੰਡੇ ਸਹੀ ਹੁੰਦੇ ਨੇ। ਪੁਰਸ਼ਾਂ ਦੀ ਸੁਰੱਖਿਆ ਵੀ ਉਨੀ ਹੀ ਜ਼ਿਆਦਾ ਇੰਪੋਰਟੈਂਟ ਹੈ ਔਰ ਬਹੁਤ ਵੱਡੀ ਇੱਕ ਤਬਦੀਲੀ ਹੋਈ ਜਦੋਂ ਤੁਸੀਂ ਇਸ ਕੁਰਸੀ ਤੇ ਆ ਕੇ ਬੈਠੇ ਹੋ, ਕਿਉਂਕਿ ਉਹ ਵੀ ਤਾਂ ਇੱਕ ਮਾਂ ਦੇ ਹੀ ਜਨਨੇ ਹੋਏ ਨੇ। ਉਹਨਾਂ ਦੇ ਪਿੱਛੇ ਵੀ ਦਰਦ ਹੈ, ਇੱਕ ਮਾਂ ਦਾ, ਇੱਕ ਭੈਣ ਦਾ ਹੈ। ਹਰ ਮਰਦ ਹੀ ਗਲਤ ਨਹੀਂ ਹੁੰਦਾ। ਬੜੀਆਂ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੂਜੇ ਦਾ ਮਨ ਦੁਖਾ ਦੇਣ। ਬਹੁਤ ਚਿਰ ਹੁੰਦਾ ਕਿ ਆਪਾਂ ਸਟੇਬਲ ਆਪਣੀ ਸਾਈਕੋਲੋਜੀ ਨੂੰ ਨਹੀਂ ਕਰ ਪਾਉਂਦੇ। ਤੁਸੀਂ ਉਹਨਾਂ ਦੇ ਵਿੱਚ ਰੋਜ਼ ਵਿਚਰਦੇ ਹੋ। ਹਾਂ, ਬਹੁਤ ਸਾਰਾ ਦੁੱਖ ਜਦੋਂ ਆਫਿਸ ਵਿੱਚ ਪ੍ਰੋਬਲਮਸ ਹੁੰਦੀਆਂ ਨੇ, ਮੈਨੂੰ ਆਫਿਸ ਤੋਂ ਬਾਅਦ ਜਾ ਕੇ ਉਹ ਥੋਟਸ ਆਉਣ ਲੱਗ ਜਾਂਦੇ ਨੇ ਕਿ ਹਾਏ ਇਸ ਬੱਚੀ ਦੀ ਕਿਵੇਂ ਮਦਦ ਹੋਏਗੀ, ਇਹਨੂੰ ਕਿਵੇਂ ਇਸ ਪ੍ਰੋਬਲਮ ਚੋਂ ਕੱਢਾਂ। ਕੰਸਰਨ ਇਹ ਹੀ ਰਹਿੰਦਾ ਕਿ ਕੋਈ ਆਦਮੀ ਦਾ ਵੀ ਘਰ ਖਰਾਬ ਨਾ ਹੋਵੇ। ਪਿੱਛੇ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ, ਤੁਸੀਂ ਦੇਖੀਆਂ ਵੀ ਔਰ ਤੁਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਉੱਤੇ ਇਨਵੈਸਟੀਗੇਸ਼ਨ ਵੀ ਕੀਤੀ ਕਿ ਨਕਲੀ ਵਿਆਹ ਹੁੰਦੇ ਨੇ ਬਾਹਰ ਜਾਣ ਲਈ। ਪੰਜਾਬ ਕੋਲ ਹੀ ਸਰਕਾਰ ਕੋਲ ਬਹੁਤ ਵੱਡਾ ਹੱਲ ਹੈ ਇਹਦੇ ਤੇ, ਪਰ ਸਰਕਾਰ ਕਰਨਾ ਚਾਹੇ ਤਾਂ ਨਾ। ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ, ਮੈਂ ਹਾਂ ਅਨੂਜਾ ਸ਼ਰਮਾ। ਲਗਾਤਾਰ ਤੁਹਾਡੇ ਤੱਕ ਹਰ ਚੀਜ਼ ਦੇ ਅਪਡੇਟ ਲੈ ਕੇ ਆਏ ਹਾਂ, ਸਿਆਸੀ ਪੱਧਰ ਤੋਂ ਵੀ ਲੈ ਕੇ ਆਏ ਹਾਂ। ਲੇਕਿਨ ਸਿਆਸਤ ਦੇ ਵਿੱਚ ਚੋਣਾਂ ਪੈ ਗਈਆਂ ਨੇ, ਉਹਦੇ ਨਤੀਜੇ ਆਣੇ ਹਜੇ ਬਾਕੀ ਨੇ। ਇਸ ਲਈ ਤੁਹਾਡੇ ਤੱਕ ਅਸੀਂ ਇਹ ਗੱਲਾਂ ਵੀ ਲੈ ਕੇ ਆ ਰਹੇ ਹਾਂ ਕਿ ਜਿਹੜੀ ਵੀ ਨਵੀਂ ਸਰਕਾਰ ਆਵੇ ਤੁਹਾਡੇ ਲਈ ਕਿਸ ਤਰੀਕੇ ਨਾਲ ਕੰਮ ਕਰੇ, ਕਿਹੜੇ-ਕਿਹੜੇ ਮੁੱਦੇ ਨੇ ਪੰਜਾਬ ਦੇ ਜਿਹੜੇ ਹੱਲ ਕਰਨੇ ਜ਼ਰੂਰੀ ਨੇ। ਇਸੇ ਲਈ ਅੱਜ ਅਸੀਂ ਗੱਲ ਕਰਾਂਗੇ ਸਿਆਸਤ ਤੇ ਮਹਿਲਾ ਸੁਰੱਖਿਆ ਬਾਰੇ ਕਿ ਮਹਿਲਾਵਾਂ ਦੀ ਸੁਰੱਖਿਆ ਕਿੰਨੀ ਕੁ ਜ਼ਰੂਰੀ ਹੈ। ਅੱਜ ਸਾਡੇ ਨਾਲ ਇਹਨਾਂ ਬਾਰੇ ਗੱਲ ਕਰਨ ਵਾਲੇ ਤੁਹਾਡੇ ਵਾਸਤੇ ਬਹੁਤ ਜਾਣਿਆ ਮਾਨਿਆ ਚਿਹਰਾ ਆ। ਇੰਟਰੋਡਕਸ਼ਨ ਦੀ ਲੋੜ ਨਹੀਂ, ਤਾਂ ਕਰਕੇ ਇੰਟਰੋਡਕਸ਼ਨ ਵੱਡੀ ਦੇਵਾਂਗੇ ਵੀ ਨਹੀਂ। ਸਾਡੇ ਨਾਲ ਮਨੀਸ਼ਾ ਗੁਲਾਟੀ ਜੀ ਮੌਜੂਦ ਨੇ, ਇਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਮੈਮ। ਥੈਂਕ ਯੂ ਅਨੂਜਾ। ਮੈਮ, ਇੱਦਾਂ ਹੀ ਗੱਲ ਕਰਦੇ ਹਾਂ ਕਿ ਜਿਸ ਵਕਤ ਸੁਰੱਖਿਆ ਦੀ ਗੱਲ ਆਉਂਦੀ ਹੈ ਨਾ, ਬਹੁਤ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ, ਤੁਸੀਂ ਲਗਾਤਾਰ ਉਹਨਾਂ ਦੇ ਵਿੱਚ ਵਿਚਰਦੇ ਹੋ। ਜੇਕਰ ਨਵੀਆਂ ਸਰਕਾਰਾਂ ਆਉਣ, ਕਿਹੜੇ-ਕਿਹੜੇ ਕੰਮ ਜਿਹੜੇ ਨੇ ਸ਼ੁਰੂਆਤੀ ਦੌਰ ਤੇ ਕਰਨੇ ਚਾਹੀਦੇ ਨੇ? ਦੇਖੋ ਸਰਕਾਰਾਂ ਤੇ ਆਂਦੀਆਂ ਰਹਿਣਗੀਆਂ ਤੇ ਜਾਂਦੀਆਂ ਰਹਿਣਗੀਆਂ, ਪਰ ਹੁਣ ਕਿਉਂਕਿ ਚੁਣਾਵ ਹੋਏ ਨੇ ਰੀਸੈਂਟਲੀ, ਤੇ ਪ੍ਰਾਇੋਰਟੀ ਤੇ ਇਹੋ ਹੀ ਰਹਿਣੇ ਚਾਹੀਦੇ ਨੇ ਕਿ ਵੂਮਨ ਸੁਰੱਖਿਆ ਤੇ ਬਹੁਤ ਕੰਮ ਹੋਣ ਦੀ ਜ਼ਰੂਰਤ ਹੈ। ਵੂਮਨ ਐਮਪਾਵਰਮੈਂਟ ਤੇ ਕੰਮ ਕਰਨ ਦੀ ਜ਼ਰੂਰਤ ਹੈ। ਨਸ਼ਿਆਂ ਤੇ ਗ੍ਰਿਫਤ ਪਾਉਣ ਦੀ ਜ਼ਰੂਰਤ ਹੈ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦਰੁਸਤ ਹੋਣ ਦੀ ਜ਼ਰੂਰਤ ਹੈ। ਮੇਰਾ ਇਹ ਮੰਨਣਾ ਹੈ ਕਿ ਸਾਡੇ ਕੋਲ ਕਮਿਸ਼ਨ ਵਿੱਚ ਇੰਨੀ ਕੁ ਤਾਦਾਦ ਵਿੱਚ ਕੰਪਲੇਨੈਂਟਸ ਆ ਰਹੀਆਂ ਨੇ। ਕਿਉਂ ਆ ਰਹੀਆਂ ਨੇ? ਮੈਨ ਵੀ ਆ ਰਹੇ ਨੇ, ਕਿਉਂ ਆ ਰਹੇ ਨੇ? ਕਿਉਂ ਨਹੀਂ ਥਾਣਿਆਂ 'ਚ ਸੁਣਵਾਈ ਹੈਗੀ? ਅਤੇ ਵੂਮਨ ਐਮਪਾਵਰਮੈਂਟ 'ਤੇ ਕੰਮ ਹੋਣਾ ਚਾਹੀਦਾ। ਜਿਹੜੇ ਚੁਣਾਵੀ ਦਰਮਿਆਨ ਪੋਲੀਟੀਕਲ ਪਾਰਟੀਆਂ ਜਾਂ ਜਿਹੜੀ ਮੌਜੂਦਾ ਸਰਕਾਰ ਸੀ ਸਲੋਗਨ ਬਣਾ ਲੈਂਦੀਆਂ ਨੇ, ਐਕਚੁਅਲੀ 'ਚ ਕਿਆ ਵੂਮਨ ਐਮਪਾਵਰਮੈਂਟ 'ਤੇ ਕੰਮ ਹੋਇਆ ਹੈ ਹੁਣ ਤੱਕ? ਕਿਆ ਭਾਰਤ ਸਰਕਾਰ ਤੋਂ ਉਹਨੇ ਬੈਨੀਫਿਟਸ ਲਿੱਤੇ ਗਏ ਨੇ ਜੋ ਸਰਕਾਰ ਪ੍ਰਤੀਬੱਧ ਹੁੰਦੀ ਹੈ, ਦੇਣ ਲਈ ਬਾਉਂਡ ਹੁੰਦੀ ਹੈ ਸਟੇਟ ਗਵਰਨਮੈਂਟ ਨੂੰ? ਕਿਉਂਕਿ ਇਹਦੇ 'ਚ ਟੈਕਨੀਕਲ ਚੀਜ਼ਾਂ ਬੜੀਆਂ ਸਾਰੀਆਂ ਹੁੰਦੀਆਂ ਨੇ। ਤੁਸੀਂ ਭਾਰਤ ਸਰਕਾਰ ਕੋਲ ਜੇ ਵੂਮਨ ਸੁਰੱਖਿਆ 'ਤੇ ਜਿਵੇਂ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ 'ਤੇ ਇੰਨੇ ਕੁ ਪਲਾਨਸ ਨੇ। ਮੈਨੂੰ ਵਿੱਚ ਵੜ ਕੇ ਪਤਾ ਚੱਲਿਆ ਕਿ ਤੁਹਾਨੂੰ ਉਹਦੇ ਲਈ ਜੇ ਭਾਰਤ ਸਰਕਾਰ ਦੀ ਤੁਸੀਂ ਉਹ ਦੇਣ ਨੂੰ ਤਿਆਰ ਨੇ। ਹਮੇਸ਼ਾ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟਾਂ ਲਈ ਇੱਕ ਬਜਟ ਫਿਕਸ ਹੁੰਦਾ, ਪਰ ਜਿਹੜੀਆਂ ਫੋਰਮੈਲਿਟੀਜ਼ ਨੇ ਉਹ ਇੰਨੀਆਂ ਕੁ ਹੁੰਦੀਆਂ ਨੇ ਕਿ ਸਟੇਟ ਸ਼ਾਇਦ ਕਈ ਵਾਰੀ ਖੁਦ ਹੀ ਲੈਣ ਤੋਂ ਬਚਦੀ ਹੈ ਕਿ ਸਾਨੂੰ ਫੋਰਮੈਲਿਟੀ ਕਰਨੀ ਪਏਗੀ ਜਾਂ ਇਹ ਕਰਨਾ ਪਏਗਾ। ਬਹੁਤ ਸਾਰੇ ਕੰਮ ਹੁੰਦੇ ਨੇ, ਪਰ ਕਿਉਂਕਿ ਲੋਕੀ ਡਿਜ਼ਰਵ ਕਰਦੇ ਨੇ, ਇਹ ਸਰਕਾਰਾਂ ਤੋਂ ਉਮੀਦ ਕਰਦੇ ਨੇ, ਉਹਦੇ 'ਚ ਸਰਕਾਰਾਂ ਨਾਕਾਮਯਾਬ ਰਹਿੰਦੀਆਂ ਨੇ। ਅਤੇ ਮੇਰਾ ਇਹ ਮੰਨਣਾ ਹੈ ਕਿ ਹੁਣ ਜਿਹੜੀ ਵੀ ਗਵਰਨਮੈਂਟ ਆਏ, ਹਰ ਤਰ੍ਹਾਂ ਤੋਂ ਨਸ਼ੇ 'ਤੇ ਗ੍ਰਿਫਤ ਜੋ ਹੋਣੀ ਚਾਹੀਦੀ ਹੈ ਉਹ ਹੋਏ। ਹੋਰ ਜਿਹੜੇ ਹੋਰ ਉਲਟੇ ਸਿੱਧੇ ਕੰਮ ਸਟੇਟ ਵਿੱਚ ਹੁੰਦੇ ਨੇ ਉਹਨਾਂ 'ਤੇ ਸਾਡਾ ਯੂਥ ਲਈ ਕੁਛ ਨਾ ਕੁਛ ਪ੍ਰੋਡਕਟਿਵ ਹੋਣਾ ਚਾਹੀਦਾ। ਬੱਚੇ ਬਾਹਰ ਕਿਉਂ ਜਾ ਰਹੇ ਨੇ?
ਰੋਜ਼ਗਾਰ ਮਿਲਣਾ ਚਾਹੀਦਾ ਹੈ ਇੱਥੇ। ਤੁਸੀਂ ਬਾਹਰ ਦੀ ਸਟੇਟ 'ਚੋਂ ਜਿਹੜੇ ਆ ਕੇ ਪੋਲੀਟੀਕਲ ਸਟੇਟਮੈਂਟ ਲੋਕੀ ਪ੍ਰੋਮੀਨੈਂਟ ਲੋਕ ਦਿੰਦੇ ਨੇ, ਯੂਪੀ ਔਰ ਬਿਹਾਰ ਦੇ ਲੋਕਾਂ ਵਾਸਤੇ, ਆਪਣੀ ਸਟੇਟ 'ਚੋਂ ਤੁਸੀਂ ਬੱਚਿਆਂ ਨੂੰ ਬਾਹਰ ਭੇਜ ਰਹੇ ਹੋ, ਤੇ ਜਿਹੜੇ ਬਾਹਰ ਦੀ ਸਟੇਟ 'ਚੋਂ ਬੱਚੇ ਆ ਕੇ ਇੱਥੇ ਲੋਕ ਕੰਮ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਡਿਸਰਿਸਪੈਕਟ ਕਰ ਰਹੇ ਹੋ। ਇਹ ਪੰਜਾਬ ਵਿੱਚ ਕਦੀ ਨਹੀਂ ਹੋਇਆ ਸੀ। ਮੈਮ ਇਹਦੇ ਉੱਤੇ ਨਾ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ, ਤੁਸੀਂ ਦੇਖੀਆਂ ਵੀ, ਔਰ ਤੁਸੀਂ ਵੀ ਬਹੁਤ ਸਾਰੀਆਂ ਚੀਜ਼ਾਂ ਉੱਤੇ ਇਨਵੈਸਟੀਗੇਸ਼ਨ ਵੀ ਕੀਤੀ ਕਿ ਨਕਲੀ ਵਿਆਹ ਹੁੰਦੇ ਨੇ ਬਾਹਰ ਜਾਣ ਲਈ, ਉਹਦੇ ਬਾਰੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੇ ਕਰਨੀਆਂ ਬਾਕੀ ਆ, ਕਿ ਕੁੜੀ ਜਿਹੜੀ ਪੜ੍ਹੀ ਲਿਖੀ ਹੁੰਦੀ ਹੈ, ਅਨਪੜ੍ਹ ਮੁੰਡਾ ਉਹਦੇ ਨਾਲ ਵਿਆਹ ਦਿੰਦੇ ਕਿ ਉਹ ਖਰਚਾ ਕਰ ਦੂਗੇ। ਜੇਕਰ ਮੈਮ ਇਹਦਾ ਹੱਲ ਕੱਢਣਾ ਹੋਵੇ, ਕਿਉਂਕਿ ਪੰਜਾਬ ਦੇ ਕੋਲ ਇਹਦਾ ਹੱਲ ਕੋਈ ਨਹੀਂ ਹੈ, ਇਹਦਾ ਤੁਸੀਂ ਸ਼ਾਇਦ ਦੇਖਿਆ ਹੋਵੇ, ਕੀ ਹੱਲ ਹੋ ਸਕਦਾ ਇਹਦਾ? ਦੇਖੋ, ਇਹ ਨਹੀਂ ਕਹਿਣਾ ਅਸੀਂ, ਸ਼ਾਇਦ ਮੈਂ ਤੁਹਾਨੂੰ ਦੱਸਦੀ ਹਾਂ, ਪੰਜਾਬ ਕੋਲ ਹੀ, ਸਰਕਾਰ ਕੋਲ ਬਹੁਤ ਵੱਡਾ ਹੱਲ ਹੈ ਇਹਦੇ 'ਤੇ, ਪਰ ਸਰਕਾਰ ਕਰਨਾ ਚਾਹੇ ਤਾਂ ਨਾ। ਸਰਕਾਰ ਨੇ, ਕਿਉਂਕਿ ਮੈਂ ਮੁੱਦਾ ਉਠਾਇਆ ਸੀ, ਆਨਰੇਬਲ ਹੋਮ ਮਿਨਿਸਟਰ ਸਾਹਿਬ ਨੂੰ ਮੈਂ ਮਿਲੀ ਹਾਂ ਇਲੈਕਸ਼ਨ ਤੋਂ ਪਹਿਲਾਂ, ਪ੍ਰਧਾਨ ਮੰਤਰੀ ਜੀ ਨੂੰ ਮਿਲੀ ਹਾਂ ਮੈਂ। ਇਹਦਾ ਇੱਕ ਸਖਤ ਕਾਨੂੰਨ ਆਉਣਾ ਚਾਹੀਦਾ ਇਹਦੇ 'ਤੇ, ਪਰ ਕਾਨੂੰਨ ਤਾਂ ਆ ਸਕਦਾ ਜੇ ਸਟੇਟ ਗਵਰਨਮੈਂਟ ਹੀ ਇਹਨੂੰ ਪਰਸਿਊ ਕਰ ਰਹੀ ਹੈ। ਕਮਿਸ਼ਨ ਦੀ ਇੱਕ ਆਪਣੀ ਬਾਉਂਡਰੀ ਹੈ, ਰਿਸਟ੍ਰਿਕਸ਼ਨਸ ਸਾਡੇ 'ਤੇ ਨੇ, ਜੋ ਆਪਾਂ ਕਾਨੂੰਨੀ ਦਾਇਰੇ 'ਚ, ਕਿਉਂਕਿ ਕਮਿਸ਼ਨ ਵੀ ਜਿਹੜੀ ਸਟੇਟ ਕਮਿਸ਼ਨ ਹੈ ਸਰਕਾਰ ਦੇ ਹੀ ਅੰਡਰ ਵਿੱਚ ਹੈ, ਸਰਕਾਰ ਦੇ ਹੀ ਰੂਲ ਰੈਗੂਲੇਸ਼ਨ ਨੂੰ ਆਪਾਂ ਫੋਲੋ ਕਰਨੇ ਆ। ਠੀਕ ਹੈ, ਸਾਡੇ ਕੋਲ ਕੋਰਟ ਦੀਆਂ ਪਾਵਰਾਂ ਨੇ, ਸੰਵਿਧਾਨਿਕ ਪੋਸਟ ਹੈ, ਪਰ ਜਿਹੜਾ ਲਾਅ ਐਂਡ ਕਾਨੂੰਨ ਜਿਹੜੇ ਆਪਣੇ ਪੱਧਰ 'ਤੇ ਸਟੇਟ ਬਣਾ ਸਕਦੀ ਹੈ, ਪਰ ਇਹਦੇ 'ਤੇ ਕਾਨੂੰਨ ਬਣ ਸਕਦਾ, ਕਿਉਂਕਿ ਸਰਕਾਰ ਨੇ ਇਸ ਤਰਫ ਧਿਆਨ ਹੀ ਨਹੀਂ ਦਿੱਤਾ। ਵੂਮਨ ਸੁਰੱਖਿਆ 'ਤੇ ਗੱਲਾਂ ਕੀਤੀਆਂ ਜਾਂਦੀਆਂ ਨੇ, ਚੀਜ਼ਾਂ ਰਿਵਰਸ ਹੋ ਰਹੀਆਂ ਨੇ, ਮੁੰਡਿਆਂ ਨਾਲ ਵੀ ਧੋਖੇ ਹੋਏ ਨੇ ਕਿੰਨੇ ਸਾਰੇ। ਤੁਹਾਨੂੰ ਪਤਾ ਹੀ ਹੈ, ਪਿਛਲੇ ਦਿਨੋਂ ਜੋ ਮੈਟਰ ਹੋਇਆ ਸੀ, ਆਪਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲਿਖਿਆ ਸੀ, ਤੇ ਇਹ ਸਰਕਾਰ ਕਰ ਸਕਦੀ ਹੈ। ਮੈਂ ਜਦੋਂ ਪ੍ਰਧਾਨ ਮੰਤਰੀ, ਆਨਰੇਬਲ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਗਈ, ਉਹਨਾਂ ਨਾਲ ਗੱਲ ਹੋਈ, ਉਹਨਾਂ ਦਾ ਪਹਿਲਾ ਕੁਐਸਚਨ ਹੀ ਮੈਨੂੰ ਇਹੋ ਸੀ ਕਿ ਪੰਜਾਬ 'ਚੋਂ ਇੰਨੀ ਤਾਦਾਦ 'ਚੋਂ ਬੱਚੇ ਬਾਹਰ ਕਿਉਂ ਜਾਂਦੇ ਨੇ, ਕਿ ਸਾਡੇ ਕੋਲ ਸਟੇਟ ਗਵਰਨਮੈਂਟ ਨੇ ਕਦੀ ਇਸ ਇਸ਼ੂ 'ਤੇ ਚੁੱਕਿਆ ਨਹੀਂ। ਤੁਸੀਂ ਦੇਖੋ, NRI ਲੜਕੀਆਂ ਦੀ ਪ੍ਰੋਬਲਮ ਹੈ, ਕਿੰਨੇ ਹਜ਼ਾਰ ਕੇਸ ਪਏ ਹੋਏ ਨੇ, ਸਾਡੇ ਕੋਲ ਵੀ ਰੋਜ਼ ਦੀਆਂ 8 ਤੋਂ 10 ਕੰਪਲੇਂਟਸ ਆ ਰਹੀਆਂ ਨੇ। ਕਿਉਂ ਨਹੀਂ ਅੱਜ ਤੱਕ ਇਹ ਮੁੱਦਾ ਸਵਰਿਆ, ਜਾਂ ਕਿਉਂ ਨਹੀਂ ਇਹਦਾ ਕੋਈ ਪ੍ਰੋਡਕਟਿਵ ਰਿਜ਼ਲਟ ਨਹੀਂ ਨਿਕਲ ਕੇ ਆ ਸਕਿਆ ਹਾਲੇ ਤੱਕ? ਤੁਸੀਂ ਦੇਖੋ, ਇਹਦੇ 'ਤੇ ਵੀ ਬਹੁਤ ਵੱਡੀ ਕੌਨਸਪੀਰੇਸੀ ਹੈ ਕਿ ਕਿਉਂ NRI ਬੱਚਿਆਂ ਦੇ ਕੇਸ ਨਹੀਂ ਸੁਲਝ ਪਾਏ। ਸਰਕਾਰਾਂ ਕਿੰਨੀ ਕੁ ਇੰਟੈਂਸ਼ਨਸ ਦੇਣਾ ਚਾਹੁੰਦੀਆਂ ਨੇ। ਮੇਰਾ ਬੜਾ ਇਹਦੇ 'ਤੇ ਕੰਸਰਨ ਹੈ ਕਿ ਕਿਉਂ ਬੱਚੀਆਂ ਮੂਵ ਔਨ ਨਹੀਂ ਕਰ ਪਾ ਰਹੀਆਂ, ਜਾਂ ਕਿਉਂ ਰਿਵਰਸ ਕਿਉਂ ਹੋ ਰਹੀਆਂ ਨੇ। ਹੁਣ ਕੁੜੀਆਂ ਵੀ ਮੁੰਡਿਆਂ ਨਾਲ ਧੋਖੇ ਕਰ ਰਹੇ ਨੇ, ਕਿਉਂ ਉਹਨਾਂ ਦੀ ਸੁਣਵਾਈ ਥਾਣਿਆਂ 'ਚ ਨਹੀਂ ਹੈ? ਕਿਉਂ ਨਹੀਂ ਇਹਦੇ 'ਤੇ ਸਖਤ ਕਾਨੂੰਨ ਆਏ ਜਾ ਰਹੇ? ਕਿਉਂ ਨਹੀਂ ਮੈਰਿਜ ਰਜਿਸਟਰਡ ਹੋਣਾ ਕੰਪਲਸਰੀ ਹੁੰਦਾ ਗੁਰਦੁਆਰਿਆਂ 'ਚ ਕੋਲ ਦਾ ਜਿਹੜਾ ਥਾਣਾ ਪੈਂਦਾ? ਜਿੰਨੀ ਚਿਰ ਕਿਸੇ ਦੇ ਨਾਲ ਧੋਖਾ ਹੁੰਦਾ ਹੈ, ਉਹ ਬਾਹਰ ਭੱਜ ਜਾਂਦੇ ਨੇ। ਸਭ ਤੋਂ ਪਹਿਲਾਂ ਕਿਸੇ ਨਾਲ ਕੋਈ ਧੋਖਾ ਹੁੰਦਾ, ਭੱਜ ਕੇ ਥਾਣੇ 'ਚ ਜਾਂਦਾ, ਉੱਥੇ ਸੁਣਵਾਈ ਹੀ ਨਹੀਂ ਹੈ। ਬਿਲਕੁਲ। ਤੇ ਸਰਕਾਰਾਂ ਦਾ ਇਹਦੇ 'ਚ ਬਹੁਤ ਵੱਡਾ ਰੋਲ ਹੈ। ਸਰਕਾਰਾਂ ਸ਼ਾਇਦ ਇਸ ਡਿਊਟੀ ਨੂੰ ਨਿਭਾਉਣ ਤੋਂ ਭੱਜਦੀਆਂ ਨੇ, ਤੇ ਮੇਰਾ ਇਹ ਮੰਨਣਾ, ਨਵੀਂ ਗੌਰਮੈਂਟ ਜਿਹੜੀ ਵੀ ਆਏ, ਕੰਮ ਹੋਣਾ ਚਾਹੀਦਾ ਐਕਚੁਅਲ 'ਚ। ਜਿਹੜੇ ਰੂਲਸ ਬਣੇ ਹੋਏ ਨੇ, ਜਿਹੜੀਆਂ ਪਾਵਰਾਂ ਇਹਨਾਂ ਕੋਲ ਹੈਗੀਆਂ ਨੇ, ਮਹਿਲਾਵਾਂ ਲਈ, ਮਰਦਾਂ ਨੂੰ ਇਨਸਾਫ ਕਿਉਂ ਨਹੀਂ ਮਿਲਦਾ? ਔਰ ਸਟੇਟ ਗਵਰਨਮੈਂਟ ਭਾਰਤ ਸਰਕਾਰ ਤੋਂ ਕਿੰਨਾ ਕੁ ਕੰਮ ਲੈਣਾ ਚਾਹੁੰਦੀ ਹੈ, ਉਹ ਸਪੋਰਟ ਪੂਰਾ ਕਰ ਰਹੇ ਨੇ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਹੁਣ ਮੈਂ ਆਪਣੀ ਕਮਿਸ਼ਨ ਦਾ ਕੋਈ ਵੀ ਮੁੱਦਾ ਲੈ ਕੇ ਜਾਂਦੀ ਹਾਂ, ਤੇ ਮੈਨੂੰ ਜੇ ਆਸ਼ਵਾਸਨ ਮਿਲ ਰਿਹਾ ਹੈ, ਤੇ ਗਵਰਨਮੈਂਟ ਨੂੰ ਕਿਉਂ ਨਹੀਂ ਮਿਲ ਸਕਦਾ? ਗਵਰਨਮੈਂਟ, ਇਹ ਡਿਪੈਂਡ ਕਰਦਾ ਕਿ ਸਰਕਾਰ ਕਿੰਨਾ ਕੰਮ ਕਰਨਾ ਚਾਹੁੰਦੀ। ਮੈਮ, ਹਾਲ ਹੀ ਦੇ ਵਿੱਚ ਤੁਸੀਂ ਭਾਜਪਾ ਜੁਆਇਨ ਕੀਤੀ, ਤੇ ਇੱਕ ਗੱਲ ਆਈ ਕਿ ਤੁਹਾਨੂੰ ਪਿੱਛੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਤੇ ਤੁਸੀਂ ਬਹੁਤ ਸਾਰੀ ਲੜਕੀਆਂ ਦੇ ਜਿਹੜੇ ਉਹ ਰੋਲ ਮਾਡਲ ਹੋ, ਤੇ ਲੜਕੀਆਂ ਆ ਕੇ ਸਾਡੇ ਨਾਲ ਗੱਲ ਕਰਦੀਆਂ ਕਹਿੰਦੇ ਕਿ ਜੇਕਰ ਮਨੀਸ਼ਾ ਗੁਲਾਟੀ ਵਰਗੀ ਪਰਸਨੈਲਿਟੀ ਜਿਹੜੀ ਹੈ ਉਹਨੂੰ ਇੰਨਾ ਸਫ਼ਰ ਕਰਨਾ ਪੈ ਸਕਦਾ, ਤੇ ਅਸੀਂ ਤਾਂ ਕੁਝ ਹੈ ਹੀ ਨਹੀਂ। ਜ਼ਰੂਰ ਦੱਸੋ ਮੈਮ ਸਾਡੇ ਦਰਸ਼ਕਾਂ ਨੂੰ, ਕਿਹੜੀ ਕਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਤੇ ਉਹਨਾਂ ਓਵਰਕਮ ਕਿੱਦਾਂ ਕੀਤਾ ਤੁਸੀਂ? ਦੇਖੋ, ਉਹਨਾਂ ਦਾ ਕੰਸਰਨ ਮੇਰੀ ਪੰਜਾਬ ਦੀ ਯੂਥ ਦੀ ਜਿਹੜੀ ਬੱਚੀਆਂ ਨੇ ਜਾਂ ਲੇਡੀਜ਼ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਥੈਂਕਸ ਕਰਨੀ ਆ ਕਿ ਉਹਨਾਂ ਨੇ ਤੁਹਾਡੇ ਨਾਲ ਇੱਕ ਕੰਸਰਨ ਜਤਾਇਆ। ਸਹੀ ਸੀ। ਦੇਖੋ, ਪਿੱਛੇ ਇੱਕ ਪਾਰਟੀ ਦਾ, ਸਰਕਾਰ ਦਾ ਮੁੱਖ ਮੰਤਰੀ ਫੇਸ ਬਦਲਣ ਤੋਂ ਬਾਅਦ ਮੈਨੂੰ ਬਹੁਤ ਸਾਰੀ ਪ੍ਰੋਬਲਮਸ ਹੋਈਆਂ। ਲੋਕਾਂ ਦੀ ਸ਼ਿਕਾਇਤਾਂ ਨੇ, ਸਾਡੇ ਆਫਿਸ 'ਚ ਫੋਨ ਨਹੀਂ ਚੁੱਕਦੇ, ਜਾਂ ਮੇਲ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ। ਸਿਰਫ 3 ਮੈਂਬਰੀ, 5 ਟੋਟਲ ਬੰਦਿਆਂ ਦਾ ਸਾਡੇ ਕੋਲ ਸਟਾਫ ਹੈ। ਸਟਾਫ ਸਾਡਾ, ਜਿਹੜੇ ਪਿਛਲੇ CMC ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਸਾਡੇ ਕੋਲ 10 ਮੈਂਬਰੀ ਸਟਾਫ ਵਧਾਇਆ ਸੀ ਸਾਡਾ, ਉਹ
2 ਕਰੋੜ ਰੁਪਏ ਦਾ ਬਜਟ ਦੀ ਅਪਰੂਵਲ ਸੀ ਔਰ ਫੈਕਸ ਮਸ਼ੀਨ ਸਾਡੇ ਕੋਲ ਇੱਕੋ ਹੀ ਹੈ। ਸਾਡੇ ਸਟਾਫ ਦੇ ਸਾਰੇ ਲੋਕ ਪੈਸੇ ਪਾ ਕੇ ਆਪਣੀ ਪਰਸਨਲ ਪਾਕਟ ਚੋਂ ਫੈਕਸ ਲੋਕਾਂ ਦੀ ਜਿਹੜੀਆਂ ਕੰਪਲੇਂਟਸ ਕੋਵਿਡ ਦਰਮਿਆਨ 5-5 7-7 ਹਜ਼ਾਰ ਕੰਪਲੇਂਟਸ ਆਪਾਂ ਮਾਰਕੀਟ ਚੋਂ ਕਰਵਾਉਂਦੇ ਰਹੇ, ਜਿਹੜੀਆਂ ਕੰਪਲੇਂਟਸ ਦੀ ਕਾਪੀਆਂ ਸਾਨੂੰ ਹਫਤੇ ਬਾਅਦ ਵਾਲੇ ਜਿਹੜੇ ਮਾਰਕੀਟ ਸ਼ਾਪਸ ਵਾਲੇ ਨੇ ਉਹ ਸਾਨੂੰ ਕੱਢ ਕੇ ਦਿੰਦੇ ਸੀ ਤੇ ਬੜਾ ਸਾਨੂੰ ਪ੍ਰੋਬਲਮ ਹੋਈ ਹੈ। ਤੇ ਇਹ ਸਾਰੀਆਂ ਚੀਜ਼ਾਂ ਹਰਾਸ ਕੀਤਾ ਗਿਆ, ਫੀਲਡ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ, ਲੋਕ ਅਦਾਲਤਾਂ ਨਹੀਂ ਲਾ ਪਾਈ ਤੇ ਬਹੁਤ ਸਾਰੀ ਹਰਾਸਮੈਂਟ ਰਹੀ, ਜਿੰਦੇ ਕਰਕੇ ਚਲੋ ਇਹ ਮੇਰਾ ਇੱਕ ਆਪਣਾ ਪਰਸਨਲ ਇੰਡੀਵਿਜੂਅਲ ਮੇਰਾ ਇੱਕ ਡਿਸੀਜਨ ਸੀ ਕਿ ਮੈਨੂੰ ਲੱਗਾ, ਕਿਉਂਕਿ ਮੈਂ ਮਿਲੀ ਸੀ ਹੋਮ ਮਿਨਿਸਟਰ ਸਾਹਿਬ ਨੂੰ ਮਿਲੀ, ਪ੍ਰਧਾਨ ਮੰਤਰੀ ਜੀ ਨੂੰ ਮਿਲੀ, ਮੈਨੂੰ ਲੱਗਾ ਕਿ ਉਹਨਾਂ ਨੇ ਜਿਹੜੇ ਮੇਰੇ ਨਾਲ ਇੱਕ ਕੰਸਰਨ ਦਿਖਾਇਆ ਸਟੇਟ ਨੂੰ ਲੈ ਕੇ, ਸਟੇਟ ਦੀ ਪ੍ਰੋਬਲਮਸ ਨੂੰ ਲੈ ਕੇ, ਤੇ ਮੈਂ ਬਹੁਤ ਇੰਪ੍ਰੈਸ ਸੀ ਤੇ ਮੈਂ ਡਿਸੀਜਨ ਲਿੱਤਾ ਹੈ, ਮੇਰਾ ਪਰਸਨਲ ਡਿਸੀਜਨ ਸੀ। ਪਰ ਐਜ਼ ਯੂਜੂਅਲ ਕਮਿਸ਼ਨ ਦੀ ਚੇਅਰ ਤੇ ਬੈਠ ਕੇ ਜਿਸ ਤਰ੍ਹਾਂ ਮੈਂ ਨਿਸ਼ਪਕਸ਼ ਹੋ ਕੇ ਪਹਿਲੇ ਤਾਂ ਕੰਮ ਕਰਦੀ ਰਹੀ ਹਾਂ, ਕੰਮ ਕਰਦੀ ਰਹਾਂਗੀ, ਪਰ ਆਪਣੀ ਚੇਅਰ ਤੋਂ ਬਾਅਦ ਮੇਰੀ ਇਹੀਓ ਕੋਸ਼ਿਸ਼ ਰਹੇਗੀ ਕਿ ਮੈਂ ਜਿਸ ਪਾਰਟੀ ਦੀ ਵਰਕਰ ਬਣੀ ਹਾਂ ਉਹਨਾਂ ਦੀ ਬੈਟਰਮੈਂਟ ਲਈ ਕਿ ਕਿਸ ਤਰ੍ਹਾਂ ਯੂਥ ਨੂੰ ਹੋਰ ਇੰਪਾਵਰ ਔਰ ਮਹਿਲਾਵਾਂ ਨੂੰ ਕੀਤਾ ਜਾ ਸਕਦਾ, ਮੈਂ ਕੰਮ ਕਰਦੀ ਰਹਾਂਗੀ। ਜਿਹੜੇ ਚੀਜ਼ਾਂ ਤੁਸੀਂ ਸਹੀਆਂ, ਹੋ ਸਕਦਾ ਹੈ ਕਿ ਜਿਹੜੀਆਂ ਸਾਡੀਆਂ ਮਹਿਲਾ ਮਿੱਤਰ ਸਾਨੂੰ ਦੇਖ ਰਹੀਆਂ ਹੋਣ ਉਹ ਇਦਾਂ ਦੀਆਂ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਸਹਿ ਰਹੀਆਂ ਹੋਣ, ਤੇ ਇਹ ਜ਼ਰੂਰ ਦੱਸੋ ਕਿ ਉਹ ਜਿਹੜੀਆਂ ਚੀਜ਼ਾਂ ਸਹੀਆਂ ਉਹਨਾਂ ਦੇ ਨਾਲ ਲੜੇ ਕਿੱਦਾਂ, ਕੀ ਸੀਗਾ, ਆਪਣੇ ਮਾਈਂਡ ਆਪਣੀ ਸਾਈਕੋਲੋਜੀ ਨੂੰ ਕਿੱਦਾਂ ਸਟਰੋਂਗ ਰੱਖਿਆ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਲੋਕ ਸਾਈਕੋਲੋਜੀਕਲੀ ਵੀਕ ਹੋ ਜਾਂਦੇ ਨੇ, ਮੈਂਟਲੀ ਵੀਕ ਹੋ ਜਾਂਦੇ ਨੇ, ਅਸੀਂ ਚੀਜ਼ ਨੂੰ ਛੱਡ ਕੇ ਭੱਜ ਜਾਂਦੇ ਹਾਂ। ਇਹ ਤੁਹਾਡੀ ਆਪਣੀ ਪਰਸਨੈਲਿਟੀ ਤੇ ਡਿਪੈਂਡ ਕਰਦਾ ਹੈ, ਪਰ ਮੈਨੂੰ ਕਿਤੇ ਨਾ ਕਿਤੇ ਮੀਡੀਆ ਦਾ ਬੜਾ ਸਪੋਰਟ ਰਿਹਾ, ਲੋਕਾਂ ਦਾ ਬੜਾ ਕੰਸਰਨ ਔਰ ਪਿਆਰ ਰਿਹਾ, ਜਿਹਨੇ ਮੈਨੂੰ ਇੰਟਰਨਲ ਸਟਰੋਂਗ ਕੀਤਾ ਕਿ ਸਰਕਾਰ ਇਹ 111 ਦਿਨ ਦੀ ਸਰਕਾਰ ਹਰਾਸਮੈਂਟ ਕਰ ਰਹੀ ਹੈ, ਕੋਈ ਗੱਲ ਨਹੀਂ, ਮੈਂ ਸਟਰੋਂਗ ਹਾਂ, ਸਟਰੋਂਗ ਸੀ, ਸਟਰੋਂਗ ਰਹਾਂਗੀ ਔਰ ਆਪਣੇ ਯੂਥ ਲਈ ਮੇਰਾ ਵਿਜ਼ਨ ਇੱਕੋ ਹੀ ਅੱਜ ਵੀ, ਪੰਜਾਬ ਨੂੰ ਲੈ ਕੇ, ਵਿਮਨਸ ਨੂੰ ਲੈ ਕੇ, ਯੂਥ ਨੂੰ ਲੈ ਕੇ, ਇਕੁਐਲਿਟੀ ਆਫ ਲਾਅ ਵਿੱਚ ਕਿ ਕਾਨੂੰਨ ਵਿੱਚ ਸਮਾਨਤਾ ਦਾ ਅਧਿਕਾਰ ਮਿਲਣਾ ਚਾਹੀਦਾ, ਬੈਟਰਮੈਂਟ ਲਈ। ਮੈਨੂੰ ਇਹੋ ਹੀ ਲੱਗਾ ਕਿ ਉੱਥੇ ਹੀ ਸਟੇਟ ਜ਼ਿਆਦਾ ਅੱਛਾ ਬੈਟਰਮੈਂਟ ਕਰ ਸਕਦੀ ਹੈ, ਜਿਹੜਾ ਭਾਰਤ ਸਰਕਾਰ ਦੇ ਨਾਲ ਸਟਰੋਂਗ ਕੋਆਰਡੀਨੇਸ਼ਨ ਹੋਣਾ ਚਾਹੀਦਾ। ਸੋ ਆਈ ਜੁਆਇਨ ਬੀਜੇਪੀ ਔਰ ਮੈਂ ਸਟਰੋਂਗ ਹਾਂ, ਸਟਰੋਂਗ ਹੀ ਰਹਾਂਗੀ। ਬੀਜੇਪੀ ਨੂੰ ਜੁਆਇਨ ਕਰਨ ਤੋਂ ਪਹਿਲਾਂ ਮੈਮ ਬਹੁਤ ਸਾਰੇ ਖਿਆਲ ਆਏ ਹੋਊਗੇ ਦਿਮਾਗ ਦੇ ਵਿੱਚ ਕਿ ਬਹੁਤ ਸਾਰੀ ਚੀਜ਼ਾਂ ਨੇ ਰੋਕਿਆ ਵੀ ਹੋਊਗਾ, ਬਹੁਤ ਸਾਰੀ ਚੀਜ਼ਾਂ ਨੇ ਪੁਸ਼ ਵੀ ਕੀਤਾ ਹੋਊਗਾ ਕਿ ਨਹੀਂ ਕਰ ਲਓ ਇਹਨੂੰ ਜਾ ਕੇ, ਹੈ ਨਾ। ਕਿਸ ਤਰੀਕੇ ਨਾਲ ਇਹਦਾ ਸਫ਼ਰ ਕਿਸ ਤਰੀਕੇ ਨਾਲ ਰਿਹਾ, ਘਰ ਵਾਲਿਆਂ ਦਾ ਸਾਥ ਕਿੱਦਾਂ ਰਿਹਾ? ਦੇਖੋ ਆਮ ਏ ਸਟਰੋਂਗ ਵੂਮਨ, ਹੁਣ ਮੇਰੇ ਦਿਮਾਗ ਵਿੱਚ ਕੋਈ ਵੀ ਸੈਕਿੰਡ ਥੋਟ ਨਹੀਂ ਆਇਆ, ਮੈਂ ਬਹੁਤ ਇੰਡੀਪੈਂਡੈਂਟ ਇੱਕ ਵੂਮਨ ਹਾਂ, ਮੇਰੀ ਫੈਮਿਲੀ ਦਾ ਬਹੁਤ ਵੱਡਾ ਸਪੋਰਟ ਹੈ, ਮੈਂ ਉਹਨਾਂ 'ਚੋਂ ਹਾਂ ਕਿ ਜਿਹਨੂੰ ਮੇਰੀ ਸਕਸੈਸ ਜਿੰਨੀ ਵੀ ਹੈ ਉਹਦੇ ਪਿੱਛੇ ਮੇਰੇ ਹਸਬੈਂਡ ਔਰ ਮੇਰੇ ਬੱਚੇ ਨੇ, ਤੇ ਮੇਰਾ ਇੱਕ ਬੜਾ ਵੱਡਾ ਸਪੋਰਟ ਸਿਸਟਮ ਪਰਿਵਾਰ ਰਿਹਾ। ਮੈਂ ਜੋ ਡਿਸੀਜ਼ਨ ਲਿੱਤਾ ਉਹ ਮੇਰੇ ਡਿਸੀਜ਼ਨ ਦੇ ਨਾਲ ਮੇਰੀ ਯੈਸ ਵਿੱਚ ਯੈਸ ਰਹੀ, ਉਹਨਾਂ ਦੀ ਖੜੇ ਰਹੇ ਔਰ ਮੈਂ ਇੱਕਦਮ ਇਹੀਓ ਮੇਰੇ ਦਿਲ ਨੇ, ਅੰਤਰਾਤਮਾ ਨੇ ਇਹੀਓ ਆਵਾਜ਼ ਦਿੱਤੀ ਕਿ ਸ਼ਾਇਦ ਨਹੀਂ, ਲੋਕੀ ਜਜਮੈਂਟਲ ਹੋ ਜਾਂਦੇ ਨੇ ਕੁਛ ਲੋਕਾਂ ਦਾ, ਮੈਨੂੰ ਲੱਗਦਾ ਉਹਨਾਂ ਦੇ ਇਮੋਸ਼ਨਸ ਨੇ, ਹੁਣ ਉਹ ਪੁਰਾਣੇ ਟਾਈਮ ਨਹੀਂ ਰਹੇ ਕਿ ਜਦੋਂ ਤੁਸੀਂ ਕੋਰ ਹਾਰਟ ਤੋਂ ਕਹਿੰਦੇ ਸੀ ਕਿ ਨਹੀਂ ਮੈਂ ਇਸ ਪਾਰਟੀ ਨੂੰ ਸਪੋਰਟ ਕਰਦਾ, ਮੈਂ ਇਸ ਪਾਰਟੀ ਨੂੰ। ਹੁਣ ਟਾਈਮ ਹੈ ਇਹ ਦੇਖਣ ਦਾ ਕਿ ਸਰਕਾਰਾਂ ਕੀ ਕਰ ਰਹੀਆਂ ਨੇ, ਤੁਸੀਂ ਤੇ ਆਪਣੇ ਕੋਰ ਹਾਰਟ ਤੋਂ ਇੰਨੇ ਡਿਵੋਟੀ ਬਣ ਗਏ ਕਿ ਇਸ ਪਾਰਟੀ ਦੇ ਨਾਲ ਖੜਾ, ਕਿਆ ਤੁਹਾਡੀ ਬੇਟੀ ਸੁਰੱਖਿਅਤ ਹੈ, ਕਿਆ ਤੁਹਾਡੀ ਮਦਰ ਸੁਰੱਖਿਅਤ ਹੈ, ਕਿਆ ਤੁਹਾਨੂੰ ਰੋਜ਼ਗਾਰ ਮਿਲ ਰਿਹਾ ਹੈ, ਤੁਹਾਨੂੰ ਕੀ ਦੇ ਕੀ ਰਹੇ ਨੇ ਹੈ, ਇਹ ਸਿਰਫ ਆਪਣਾ ਘਰ ਭਰ ਰਹੇ ਨੇ, ਇਹ ਤੁਹਾਨੂੰ ਯੂਜ਼ ਐਂਡ ਥਰੋ ਹੋ ਰਿਹਾ। ਤੇ ਕਦੀ ਤੇ ਦੇਸ਼ ਲਈ ਜਾਂ ਸਮਾਜ ਲਈ ਤੁਸੀਂ ਕੁਝ ਕਰੋ, ਆਪਣੀ ਜ਼ਿੰਮੇਵਾਰੀ ਨੂੰ ਸਮਝੋ। ਉਹੀਓ ਮਹਿਸੂਸ ਕਰਕੇ ਮੈਨੂੰ ਲੱਗਾ ਕਿ ਨਹੀਂ, ਹੁਣ ਦਿਸ ਇਜ਼ ਦਾ ਰਾਈਟ ਟਾਈਮ। ਇੱਕ ਤਰਫ 70 ਸਾਲ ਦੀ ਰਾਜਨੀਤੀ ਔਰ ਇੱਕ ਐਸੀ ਪਾਰਟੀ ਜਿਹਨੇ ਸਿਰਫ ਸਲੋਗਨ ਹੀ ਬਣਾਏ ਨੇ, ਔਰ ਇੱਕ ਤਰਫ 10 ਸਾਲ ਦੀ ਰਾਜਨੀਤੀ 'ਚ ਜਿਸ ਬੰਦੇ ਨੇ ਦੇਸ਼ ਲਈ ਉਹ ਉਸ ਪੇੜ ਦੀ ਜੜ ਜਿਹੜੀ ਖੋਖਲੀਆਂ ਹੋ ਸਕੀਆਂ ਸੀ ਉਹਨੂੰ ਭਰਨ ਤੇ ਲੱਗਾ ਹੋਇਆ, ਤੇ ਇੱਕ ਸਪੋਰਟ ਸਿਸਟਮ ਦੀ ਜ਼ਰੂਰਤ ਹੈ, ਤੇ ਉਸ ਲਈ ਸਮਾਜ ਲਈ, ਦੇਸ਼ ਲਈ ਆਪਾਂ ਡਿਸੀਜਨ ਲਿਆ। ਮੈਂ ਨਾ ਕੱਲ ਪਰਸੋਂ ਟਵਿੱਟਰ ਸਕਰੋਲ ਕਰ ਰਹੀ ਸੀ, ਇੰਸਟਾਗ੍ਰਾਮ ਜਾਂ ਫੇਸਬੁੱਕ ਸਕਰੋਲ ਕਰੀਦਾ ਨਾ, ਬਹੁਤ ਸਾਰੇ ਕਮੈਂਟ ਦੇਖਣ ਨੂੰ ਮਿਲ ਜਾਂਦੇ ਨੇ, ਤੇ ਇੱਕ ਲੇਡੀ ਨੇ ਕਮੈਂਟ ਕੀਤਾ ਹੋਇਆ ਸੀਗਾ, ਕਹਿੰਦੀ ਕਿ ਜਿਹੜੀ ਇਹ ਸਮਾਈਲ ਹੈਗੀ ਆ ਉਹ ਮੈਨੂੰ ਬਹੁਤ ਜ਼ਿਆਦਾ ਤਾਕਤ ਦੇ ਜਾਂਦੀ ਆ। ਉਹਨੇ ਆਪਣਾ ਕੋਈ ਕਿੱਸਾ ਵੀ ਸ਼ੇਅਰ ਕੀਤਾ ਹੋਇਆ ਸੀਗਾ ਕਿ ਉਹਦੇ ਹਸਬੈਂਡ ਜਿਹੜੇ ਨੇ ਉਹ ਐਲਕੋਹਲਿਕ ਨੇ ਐਂਡ ਆਲ, ਤੇ ਇਹ ਹਾਸਾ ਜੇਕਰ ਕਿਸੇ ਦੀ ਮੋਟੀਵੇਸ਼ਨ ਹੈ ਤੇ ਬਹੁਤਿਆਂ ਨੂੰ ਇਹ ਤੋਂ ਜਲਨ ਵੀ ਹੁੰਦੀ ਹੈ। ਤੇ ਮਨੀਸ਼ਾ ਗੁਲਾਟੀ ਦੇ ਇਸ ਸਮਾਈਲ ਦਾ ਰਾਜ਼ ਕੀ ਹੈਗਾ ਆ?
ਮੇਰੇ ਇਸ ਸਮਾਈਲ ਦਾ ਰਾਜ਼ ਹੈ ਕਿ ਮੇਰੇ ਕੋਲ ਇੱਕ ਬਹੁਤ ਖੂਬਸੂਰਤ ਜਰਨਲਿਸਟ, ਦਿਲ ਤੋਂ ਵੀ ਬਹੁਤ ਖੂਬਸੂਰਤ ਹੈ, ਤੁਸੀਂ ਬੈਠੇ ਹੋਏ ਹੋ। ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਔਰਤ ਔਰਤ ਨਾਲ ਪਿਆਰ ਨਹੀਂ ਕਰਦੀ, ਔਰਤ ਔਰਤ ਨੂੰ ਸਪੋਰਟ ਨਹੀਂ ਕਰਦੀ। ਜਿੰਨਾ ਫੈਮਿਨਿਜ਼ਮ, ਵਿਮਨ ਐਮਪਾਵਰਮੈਂਟ ਤੇ ਮੈਂ ਇੰਨਾ ਕੁ ਹਿਊਮਨ ਬਾਡੀ ਤੇ ਇੱਕ ਰਿਸਰਚ ਕਰ ਲਿਆ ਕਿ ਇਹ ਟਾਈਮ ਹੈ 21ਵੀਂ ਸੈਂਚੁਰੀ 'ਚ ਤੇ ਆ ਗਏ ਆ, ਪਰ ਜਿਹੜੀ ਇੱਕ ਸੋਚ ਹੈ ਨਾ ਵੂਮਨ ਐਮਪਾਵਰਮੈਂਟ ਤੇ ਔਰਤ ਆਪਣੇ ਵਜੂਦ ਨਾਲ ਅੰਦਰ ਹੀ ਅੰਦਰ ਘੁਲਦੀ ਰਹਿੰਦੀ ਹੈ, ਆਪਣੇ ਆਪ ਨਾਲ ਲੜਦੀ ਰਹਿੰਦੀ ਹੈ, ਐਕਸਪ੍ਰੈਸ ਨਹੀਂ ਕਰ ਪਾਉਂਦੀ। ਤੁਸੀਂ ਸਟਰੋਂਗ ਹੋ, ਇੱਕ ਇਹੋ ਜਿਹੀ ਫੀਲਡ ਵਿੱਚ ਹੋ, ਹਜ਼ਾਰੋਂ ਲੋਕੀ ਤੁਹਾਡੇ ਤੋਂ ਵੀ ਮੋਟੀਵੇਟ ਹੁੰਦੇ ਹੋਣਗੇ। ਮੈਂ ਇੱਕ ਐਸੀ ਪੋਸਟ ਤੇ ਆ, ਮੈਂ ਐਕਸਪ੍ਰੈਸ ਕਰ ਪਾ ਰਹੀ ਹਾਂ। ਹਾਂ, ਮੇਰੇ ਨਾਲ ਵੀ ਪਾਸਟ ਵਿੱਚ ਚੀਜ਼ਾਂ ਅੱਛੀਆਂ ਨਹੀਂ ਹੋਈਆਂ, ਪਰ ਮੈਂ ਇਹਦੇ 'ਚੋਂ ਨਿਕਲੀ ਹਾਂ। ਅਤੇ ਮੈਂ ਚਾਹੁੰਦੀ ਹਾਂ ਬਹੁਤ 99% ਲੇਡੀਜ਼ ਇਹੋ ਜਿਹੀਆਂ ਨੇ ਜਿਹੜੀਆਂ ਆਪਣੇ ਦਰਦ ਨੂੰ ਛੁਪਾ ਲੈਂਦੀਆਂ ਨੇ, ਅੰਦਰ ਹੀ ਅੰਦਰ ਘੁਲਦੀਆਂ ਰਹਿੰਦੀਆਂ ਨੇ, ਅਤੇ ਤੁਹਾਨੂੰ ਉਹਨਾਂ ਲਈ ਕੰਮ ਕਰਨਾ ਹੈ। ਹਾਲੇ ਮੈਂ ਇਹ ਨਹੀਂ ਕਹਿ ਰਹੀ ਮੈਂ ਸਭ ਕੁਝ ਠੀਕ ਕਰ ਸਕਦੀ ਹਾਂ, ਪਰ ਮੇਰੀ ਇੱਕ ਕੋਸ਼ਿਸ਼ ਹੈ ਕਿ ਜਿਹੜਾ ਇਹ ਦਰਦ ਹੈ ਨਾ, ਹਰ ਸ਼ਾਮ ਤੋਂ ਬਾਅਦ ਸਵੇਰ ਹੁੰਦੀ ਹੈ। ਇਹ ਦਰਦ ਹਮੇਸ਼ਾ ਨਹੀਂ ਰਹਿ ਜਾਂਦਾ। ਇਹ ਤੁਹਾਡੇ ਕਰਮ ਨੇ ਨਾ, ਜਿਹੜੇ ਤੁਸੀਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰੋ। ਹਮੇਸ਼ਾ ਦਿਨ ਇੱਕ ਜਿਹੋ ਜਿਹੇ ਨਹੀਂ ਰਹਿੰਦੇ, ਹਰ ਬੁਰਾਈ ਦਾ ਅੰਤ ਹੁੰਦਾ ਹੈ। ਔਰ ਔਰਤ ਬਹੁਤ ਸਟਰੋਂਗ ਹੈ, ਸਿਰਫ ਉਹਨੂੰ ਇੱਕ ਆਪਣੀ ਇੰਟਰਨਲ ਸਟਰੈਂਥ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਮੈਮ, ਆਪਾਂ ਨਾ ਜਿਸ ਵਕਤ ਗੱਲ ਕਰਦੇ ਹਾਂ ਤੇ ਅਕਸਰ ਆਪਾਂ ਦੇਖਦੇ ਹਾਂ ਤੁਸੀਂ ਲੋਕਾਂ ਦੇ ਵਿੱਚ ਜਿਸ ਵਕਤ ਵਿਚਰਦੇ ਹੋ, ਬਹੁਤ ਸਾਰੇ ਲੋਕ ਤੁਹਾਡੇ ਦਫ਼ਤਰ ਦੇ ਵਿੱਚ ਵੀ ਆਉਂਦੇ ਨੇ, ਤੁਹਾਡੇ ਕੋਲ ਆਪਣੀ ਕੰਪਲੇਂਟਸ ਲੈ ਕੇ ਆਉਂਦੇ ਨੇ। ਬੜੀਆਂ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੂਜੇ ਦਾ ਮਨ ਦੁਖਾ ਦੇਣ। ਬਹੁਤ ਚਿਰ ਹੁੰਦਾ ਕਿ ਆਪਾਂ ਸਟੇਬਲ ਆਪਣੀ ਸਾਈਕੋਲੋਜੀ ਨੂੰ ਨਹੀਂ ਕਰ ਪਾਉਂਦੇ। ਤੁਸੀਂ ਉਹਨਾਂ ਦੇ ਵਿੱਚ ਰੋਜ਼ ਵਿਚਰਦੇ ਹੋ, ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸਟੇਬਲ ਰੱਖਦੇ ਹੋ, ਕਿਸ ਤਰੀਕੇ ਨਾਲ ਜਿਹੜਾ ਹੈ ਰੋਜ਼ ਲੋਕਾਂ ਦੇ ਵਿੱਚ ਵਿਚਰਨਾ, ਲੋਕਾਂ ਦੀਆਂ ਗੱਲਾਂ ਸੁਣਨਾ, ਆਪਣੀ ਸਾਈਕੋਲੋਜੀ ਨੂੰ ਕਿੱਦਾਂ ਸਟੇਬਲ ਰੱਖਦੇ ਹੋ ਫਿਰ? ਦੇਖੋ, ਇਹ ਹੈ ਤੇ ਇੱਕ ਸਟੋਰੀ ਖੈਰ ਪਰ ਚਲੋ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦੇ ਹਾਂ। ਮੇਰੀ ਰੂਟੀਨ ਹੈ, ਮੈਂ ਖੁਦ ਹੀ ਆਪਣੇ ਆਪ ਨੂੰ ਮੋਟੀਵੇਟ ਕਰਨੀ ਆ ਕਿ ਨਹੀਂ। ਹਾਂ, ਬਹੁਤ ਸਾਰਾ ਦੁੱਖ ਜਦੋਂ ਆਫਿਸ ਵਿੱਚ ਪ੍ਰੋਬਲਮਸ ਹੁੰਦੀਆਂ ਨੇ, ਮੈਨੂੰ ਆਫਿਸ ਤੋਂ ਬਾਅਦ ਜਾ ਕੇ ਉਹ ਥੋਟਸ ਆਉਣ ਲੱਗ ਜਾਂਦੇ ਨੇ ਕਿ ਹਾਏ ਅੱਜ ਇਸ ਬੱਚੀ ਦੀ ਕਿਵੇਂ ਮਦਦ ਹੋਏਗੀ, ਇਹਨੂੰ ਕਿਵੇਂ ਇਸ ਪ੍ਰੋਬਲਮ 'ਚੋਂ ਕੱਢਾਂ। ਕੰਸਰਨ ਇਹ ਹੀ ਰਹਿੰਦਾ ਕਿ ਕੋਈ ਆਦਮੀ ਦਾ ਵੀ ਘਰ ਖਰਾਬ ਨਾ ਹੋਵੇ, ਕਿਸੇ ਔਰਤ ਦਾ ਵੀ ਘਰ ਖਰਾਬ ਨਾ ਹੋਵੇ, ਕਿਸੇ ਬੱਚਿਆਂ ਤੋਂ ਪੇਰੈਂਟਸ ਨਾ ਛਿਨ ਜਾਣ। ਇਹ ਮੇਰਾ ਕੰਸਰਨ ਰਿਹਾ ਹਮੇਸ਼ਾ ਤੋਂ। ਅਤੇ ਮੈਂ ਐਨੀਮਲ ਲਵਰ ਵੀ ਹਾਂ, ਅਤੇ ਮੈਂ ਆਪਣੇ ਆਪ ਨੂੰ ਆਪਣੀ ਰੂਟੀਨ ਇਸ ਤਰ੍ਹਾਂ ਬਣਾਈ ਹੋਈ ਹੈ ਕਿ ਜਿਹੜੀ ਨੈਗੇਟਿਵਿਟੀ ਵੀ ਹੈ ਜਾਂ ਜਿਹੜਾ ਸਪੋਰਟ ਸਿਸਟਮ ਹੈ, ਉਹ ਮੇਰਾ ਕਰਮਾ ਹੈ। ਉਹ ਮੇਰਾ ਕਰਮ ਕਿਤੇ ਨਾ ਕਿਤੇ ਮੈਨੂੰ ਮੋਟੀਵੇਟ ਕਰਦਾ ਰਹਿੰਦਾ ਹੈ ਕਿ ਨਹੀਂ, ਕਦੀ ਵੀ ਜ਼ਿੰਦਗੀ 'ਚ ਜਿਹੜੀਆਂ ਰਿਜੈਕਸ਼ਨਸ ਵੀ ਹੁੰਦੀਆਂ ਨੇ ਜਾਂ ਤੁਸੀਂ ਕਈ ਜਗ੍ਹਾ 'ਤੇ ਅਸਫਲ ਵੀ ਰਹਿੰਦੇ ਹੋ, ਉੱਥੇ ਹੀ ਕਹਾਣੀ ਦਾ ਅੰਤ ਨਹੀਂ ਹੁੰਦਾ। ਸ਼ੁਰੂਆਤ ਹੁੰਦੀ ਹੈ, ਸ਼ਾਇਦ ਉਹ ਤੁਹਾਡੇ ਲਈ ਇੱਕ ਲੈਸਨ ਬਣ ਜਾਂਦਾ। ਅਤੇ ਮੈਂ ਆਪ ਖੁਦ ਹੀ ਆਪਣੇ ਆਪ ਨੂੰ ਮੋਟੀਵੇਟ ਕਰਨੀ ਆ। ਔਰ ਹਰ ਇੱਥੇ ਆਉਣ ਵਾਲਿਆਂ ਨੂੰ ਇੱਕ ਮੈਂ ਕਾਉਂਸਲਰ ਬਣ ਚੁੱਕੀ ਆ ਉਹਨਾਂ ਦੀ ਕਾਉਂਸਲਿੰਗ ਕਰਨੀ ਆ, ਉਹਨਾਂ ਨੂੰ ਸਮਝਾਉਂਦੀ ਆ। ਅਤੇ ਕਰਮਾਂ 'ਚ ਬਿਲੀਵ ਹੈ ਮੇਰਾ। ਸ਼ਾਇਦ ਇੱਕ ਇਹੀ ਰੀਜ਼ਨ ਹੈ ਕਿ ਮੈਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਨਾਲ ਬੈਲੈਂਸ ਕਰ ਪਾਉਂਦੀ ਹਾਂ। ਮੈਮ, ਜਿਸ ਤਰ੍ਹਾਂ ਅਸੀਂ ਜਸਟਿਸ ਦੀ ਗੱਲ ਕਰਦੇ ਹਾਂ ਨਾ, ਬਹੁਤ ਔਖੀ ਹੁੰਦੀ ਜਸਟਿਸ ਦੇਣੀ, ਕਿ ਕਿਉਂਕਿ ਅਗਰ ਕਿਤੇ ਗਲਤ ਕੋਈ ਡਿਸੀਜਨ ਲਿਆ ਜਾਵੇ ਨਾ, ਉਹ ਬੰਦਾ ਖੁਦ ਵੀ ਗਿਲਟ ਦੇ ਵਿੱਚ ਰਹਿ ਜਾਂਦਾ ਹੁੰਦਾ ਆ। ਤੁਹਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਹੋਣਗੇ ਜਿਹੜੇ ਇੱਕ ਦੂਜੇ 'ਤੇ ਝੂਠੇ ਇਲਜ਼ਾਮ ਵੀ ਲਗਾਉਂਦੇ ਹੋਣਗੇ, ਅਤੇ ਜਿਸ ਵਕਤ ਤੁਸੀਂ ਇਨਸਾਫ ਕਰਨ ਦੀ ਕੋਸ਼ਿਸ਼ ਕਰਦੇ ਹੋ, ਅਤੇ ਕਿਹੜੀਆਂ ਚੀਜ਼ਾਂ, ਕਿਹੜੇ ਤੱਤ ਪਹਿਲਾਂ ਦੇਖਦੇ ਹੋ? ਜਾਂ ਕਿਉਂਕਿ ਆਪਾਂ ਕਹਿੰਦੇ ਕਈ ਵਾਰ ਜਿਸ ਤੁਸੀਂ ਹੁਣ ਤਾਂ ਲੋਕਾਂ ਦੇ ਵਿੱਚ ਬਹੁਤ ਵਿਚਰ ਲਿਆ, ਹੁਣ ਤਾਂ ਆਬਜ਼ਰਵੇਸ਼ਨ ਹੀ ਹੋ ਜਾਂਦੀ ਹੋਣੀ ਆ ਕਿ ਕੌਣ ਸਹੀ ਹੈ ਕੌਣ ਗਲਤ ਹੈ, ਲੇਕਿਨ ਉਹ ਜਸਟਿਸ ਕਿਸ ਤਰੀਕੇ ਨਾਲ ਦਿੰਦੇ ਹੋ ਤੁਸੀਂ? ਦੇਖੋ, ਮੈਂ ਇੱਕ ਵਾਰੀ 'ਚ ਤੇ ਕਦੀ ਵੀ ਆਪਾਂ ਜਸਟਿਸ ਨਹੀਂ ਦਿੰਦੇ। ਪੁਲਿਸ ਤੋਂ ਵੀ ਇਨਵੈਸਟੀਗੇਸ਼ਨ ਕਰਾ ਲਈਦਾ। ਕਈ ਵਾਰੀ ਪੁਲਿਸ ਇਨਫਲੂਐਂਸ ਹੋ ਜਾਂਦੀ, ਇਨਵੈਸਟੀਗੇਸ਼ਨ ਰਿਪੋਰਟ ਵੀ ਗਲਤ ਆ ਜਾਂਦੀ। ਹੁਣ ਅੱਜ ਹੀ ਇੱਕ ਲੜਕੀ ਆਈ ਹੋਈ ਸੀ, ਕਹਿੰਦੀ ਮੇਰਾ ਸ਼ਾਦੀ ਹੋਈ ਹੈ, ਉਸ ਤੋਂ ਬਾਅਦ ਉਹਨੇ ਮੇਰੇ ਨਾਲ ਰੇਪ ਕਰਤਾ। ਮੈਂ ਕਿਹਾ ਹਸਬੈਂਡ ਨੇ ਕਿਸ ਤਰ੍ਹਾਂ ਰੇਪ ਕਰ ਸਕਦਾ? ਕਹਿੰਦੀ 2-3 ਮੁੰਡੇ ਲਿਆ ਕੇ ਕਰਤਾ, ਮੇਰਾ ਪਹਿਲੇ ਵੀ ਇੱਕ ਅਫੇਅਰ ਰਿਹਾ। ਅਤੇ ਮੈਂ ਉਹਨੂੰ ਕੁਛ ਹੁੰਦੀ ਹੀ ਗਲਤੀਆਂ ਫੜਿਆ ਜਦੋਂ ਮੈਨੂੰ ਦੇ ਰਹੀ ਸੀ ਸਟੇਟਮੈਂਟ। ਮੈਂ ਉਹਨੂੰ ਆਪਣੇ ਮੂੰਹ ਹੁੰਦੇ ਹੀ ਮੈਂ ਉਹਨੂੰ ਕੁਐਸਚਨ ਕੀਤੇ, ਅਤੇ ਉਹਨੇ ਕਿਹਾ ਤੁਸੀਂ ਸਹੀ ਕਹਿ ਰਹੇ ਹੋ, ਮੇਰੇ ਕੋਲ ਗਲਤੀਆਂ ਹੋਈਆਂ ਨੇ। ਅਤੇ ਚਲੋ ਫਿਰ ਵੀ ਮੈਂ ਉਹਨੂੰ ਕਿਹਾ ਆਪਾਂ ਤੇਰੇ ਕੇਸ ਦੀ ਇਨਵੈਸਟੀਗੇਸ਼ਨ ਕਰਾਂਗੇ, ਕਿਉਂਕਿ ਆਰੋਪ ਸੰਗੀਨ ਹੈ। ਤੇਰਾ ਇੱਕ ਹਸਬੈਂਡ ਦੇ ਤੂੰ ਹੁਣ ਆਰੋਪ ਲਗਾ ਰਹੀ ਹੈ, ਅਤੇ ਪਰ ਆਪਾਂ ਇਹਦੀ ਇਨਵੈਸਟੀਗੇਸ਼ਨ ਕਰਾਂਗੇ। ਕਈ ਵਾਰੀ ਹੁਣ ਇੰਨਾ ਕੁ ਐਕਸਪੀਰੀਅੰਸ ਹੋ ਚੁੱਕਾ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੀਆਂ ਲੜਕੀਆਂ ਹੀ ਸਹੀ ਹੁੰਦੀਆਂ ਨੇ ਜਾਂ ਸਾਰੇ ਮੁੰਡੇ ਹੀ ਗਲਤ ਹੁੰਦੇ ਨੇ। ਹਰ 10 ਚੋਂ 3% ਮੁੰਡੇ ਸਹੀ ਹੁੰਦੇ ਨੇ, ਉਹਨਾਂ ਦੇ ਨਾਲ ਜਸਟਿਸ ਨਹੀਂ ਹੋ ਰਿਹਾ ਹੁੰਦਾ। ਅਤੇ ਪਤਾ ਲੱਗ ਜਾਂਦਾ। ਹੁਣ ਮੈਨੂੰ ਇੰਨਾ ਕੋਈ ਐਕਸਪੀਰੀਅੰਸ ਹੋ ਗਿਆ। ਸਟਾਰਟਿੰਗ ਵਿੱਚ ਹੋਈਆਂ ਮਿਸਟੇਕਸ ਹੋਈਆਂ ਸਾਡੇ ਕੋਲ, ਇਹ ਨਹੀਂ ਕਹਿੰਦੇ ਗਲਤੀਆਂ ਹੋਈਆਂ। ਬੰਦੇ ਨੂੰ ਸ਼ੁਰੂਆਤੀ ਦੌਰ ਐਕਸਪੀਰੀਅੰਸ ਹੀ ਸਿਖਾਉਂਦਾ ਹੈ ਸਮਝਣ ਵਿੱਚ ਕਿ ਇਹ ਸਹੀ ਹੈ ਗਲਤ ਹੈ।
ਪਰ ਜ਼ਿਆਦਾ ਨਹੀਂ ਹੋਈਆਂ। ਇੱਕ ਦੋ ਕੇਸਾਂ 'ਚ ਮਹਿਸੂਸ ਹੋਇਆ, ਫਿਰ ਇਨਵੈਸਟੀਗੇਸ਼ਨ ਕਰਵਾਤੀ, ਪੁਲਿਸ ਨੂੰ ਸੌਂਪ ਦਿੱਤੇ ਕੇਸ। ਪਰ ਇਹ ਕਿ ਲੋਕਾਂ ਦਾ ਵਿਸ਼ਵਾਸ ਵੀ ਤਾਈਓ ਬਣਿਆ ਹੋਇਆ ਹੈ। ਕੰਸਰਨ ਸਿਰਫ ਇਹੋ ਹੀ ਰਹਿੰਦਾ ਹੈ। ਮੈਨੂੰ ਲੱਗਦਾ ਮੈਂ ਆਪਣੇ 4 ਸਾਲ ਦੇ ਟਾਈਮ ਪੀਰੀਅਡ ਵਿੱਚ ਕੋਈ 1-2 FIR ਹੀ ਕਰਵਾਈਆਂ ਹੋਣਗੀਆਂ, ਕਿਉਂਕਿ ਮੈਂ ਇਸ ਚੀਜ਼ 'ਤੇ ਜ਼ੋਰ ਨਹੀਂ ਦਿੰਦੀ ਕਿ ਸਾਡਾ ਕਲਚਰ, ਸਾਡੀ ਸੰਸਕ੍ਰਿਤੀ, ਕਿਸੇ ਦਾ ਕੋਈ ਕਮਿਸ਼ਨ ਕੋਲ ਆ ਰਿਹਾ ਜੀ। ਹੁਣ ਮੇਰਾ ਇੱਕ ਕੰਮ ਦਾ ਜਿਹੜਾ ਨੇਚਰ ਹੈ ਕਰਨ ਦਾ, ਉਹ ਪਤਾ ਲੱਗ ਗਿਆ ਲੋਕਾਂ ਨੂੰ। ਮੇਰਾ ਕੰਸਰਨ ਇਹੋ ਰਹਿੰਦਾ ਘਰ ਜੁੜੇ ਰਹਿਣ। ਜਦੋਂ ਥਾਣਿਆਂ ਔਰ ਕੋਰਟਾਂ 'ਚ ਕੇਸ ਚਲੇ ਜਾਂਦੇ ਨੇ ਤਾਂ ਔਖਾ ਹੋ ਜਾਂਦਾ ਸਰਵਾਈਵ ਕਰਨਾ, ਤੇ ਕੰਸਰਨ ਇਹੋ ਹੀ ਰਹਿੰਦਾ ਕਿ ਕਿਸੇ ਦਾ ਘਰ ਟੁੱਟੇ ਨਾ। ਪਰ ਇਨਵੈਸਟੀਗੇਸ਼ਨ ਕਰਨਾ, ਕਿਉਂਕਿ ਅੱਜ ਕੱਲ੍ਹ ਨਾ ਝੂਠ ਔਰ ਸੱਚ ਦਾ ਫੜਨਾ ਬਹੁਤ ਹੀ ਇੱਕ ਟਫ ਹੋ ਗਿਆ। ਲੋਕੀ ਮਿਸਯੂਜ਼ ਕਰ ਰਹੇ ਨੇ ਕਾਨੂੰਨ ਦਾ ਨਾ। ਮੈਮ, ਜਿਸ ਵਕਤ ਅਸੀਂ ਗੱਲ ਕਰਦੇ ਹਾਂ, ਤੁਸੀਂ ਭਾਵੇਂ ਆਪਾਂ ਅੱਜ ਮਹਿਲਾ ਸੁਰੱਖਿਆ ਦੀ ਗੱਲ ਕਰ ਰਹੇ ਹਾਂ, ਲੇਕਿਨ ਪੁਰਸ਼ਾਂ ਦੀ ਸੁਰੱਖਿਆ ਵੀ ਉਨੀ ਹੀ ਜ਼ਿਆਦਾ ਇੰਪੋਰਟੈਂਟ ਹੈ। ਔਰ ਬਹੁਤ ਵੱਡੀ ਇੱਕ ਤਬਦੀਲੀ ਹੋਈ ਜਦੋਂ ਤੁਸੀਂ ਇਸ ਕੁਰਸੀ 'ਤੇ ਆ ਕੇ ਬੈਠੇ ਹੋ, ਅਤੇ ਪੁਰਸ਼ ਵੀ ਆਉਣਾ ਸ਼ੁਰੂ ਹੋਏ ਨੇ, ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ। ਅਤੇ ਪੁਰਸ਼ਾਂ 'ਚ ਕਿਸ ਤਰੀਕੇ ਤੁਸੀਂ ਦੇਖਦੇ ਹੋ ਕਿ ਉਹਨਾਂ ਨੂੰ ਕਿਹੜੀ ਕਿਹੜੀ ਸੁਰੱਖਿਆ ਦੀ ਲੋੜ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗੀ ਜੇ ਵਿਮਨ ਕਮਿਸ਼ਨ ਹੈ, ਮੈਨ ਕਮਿਸ਼ਨ ਵੀ ਹੋਣਾ ਚਾਹੀਦਾ। ਮੈਂ ਹਮੇਸ਼ਾ ਤੋਂ ਸਪੋਰਟ ਕਰਦੀ ਹਾਂ ਇਸ ਚੀਜ਼ ਨੂੰ, ਕਿਉਂਕਿ ਉਹ ਵੀ ਤਾਂ ਇੱਕ ਮਾਂ ਦੇ ਹੀ ਜੰਨੇ ਹੋਏ ਨੇ। ਉਹਨਾਂ ਦੇ ਪਿੱਛੇ ਵੀ ਦਰਦ ਹੈ, ਇੱਕ ਮਾਂ ਦਾ ਹੈ, ਇੱਕ ਭੈਣ ਦਾ ਹੈ। ਹਰ ਮਰਦ ਹੀ ਗਲਤ ਨਹੀਂ ਹੁੰਦਾ। ਮੈਨ ਕਮਿਸ਼ਨ ਬਣਨਾ ਚਾਹੀਦਾ ਹੈ, ਜ਼ਰੂਰ ਸੁਣਵਾਈ ਹੋਣੀ ਚਾਹੀਦੀ ਹੈ ਆਦਮੀਆਂ ਦੀ ਵੀ। ਥਾਣਿਆਂ 'ਚ ਉਹਨਾਂ ਨੂੰ ਬਹੁਤ ਵਾਰੀ ਨਹੀਂ ਸੁਣਿਆ ਜਾਂਦਾ, ਵਿਸ਼ਵਾਸ ਹੀ ਨਹੀਂ। ਪੁਲਿਸ ਸਟੇਸ਼ਨਾਂ ਦਾ ਆਪਣਾ ਅਲੱਗ ਹੀ ਕੋਈ ਅਲੱਗ ਸਿਸਟਮ ਹੈ, ਕਿਉਂਕਿ ਇਹ ਪਬਲਿਕ ਨੂੰ ਸਭ ਪਤਾ। ਤੇ ਪਰ ਮੈਨੂੰ ਲੱਗਦਾ ਹੈ ਕਿ ਮੈਨ ਲਈ ਵੀ ਇੱਕ ਕੋਈ ਨਾ ਕੋਈ ਇੱਦਾਂ ਦਾ ਹਿਊਮਨ ਰਾਈਟਸ ਬਣੇ ਹੋਏ ਨੇ, ਤੇ ਪਰ ਕੋਈ ਇਸ ਤਰ੍ਹਾਂ ਦਾ ਬਣਿਆ ਹੋਣਾ ਚਾਹੀਦਾ। ਪਰ ਆਉਣ ਵਾਲੇ ਸਮੇਂ 'ਚ ਜੇ ਸਾਡਾ ਨਵਾਂ ਪੰਜਾਬ, ਦੇਖੋ ਹੁਣ ਇਲੈਕਸ਼ਨ ਤੋਂ ਬਾਅਦ ਕੀ ਤਸਵੀਰ ਉਭਰ ਕੇ ਆਉਂਦੀ ਹੈ, ਸਟਰੋਂਗ ਕਾਨੂੰਨ ਬਣਨਗੇ। ਮੈਮ, ਉੱਥੇ ਹੀ ਜਿਸ ਵਕਤ ਅਸੀਂ ਇਹ ਸਾਰੀ ਚੀਜ਼ਾਂ ਨੂੰ ਜ਼ਿਆਦਾ ਐਨਾਲਾਈਜ਼ ਕਰਦੇ ਹਾਂ ਨਾ, ਇੱਕ ਸੋਸ਼ਲ ਮੀਡੀਆ ਪਲੇਟਫਾਰਮ ਨੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਬਦਲ ਦਿੱਤੀਆਂ। ਇੱਕ ਪਿੱਛੇ ਗਾਣਾ ਵੀ ਵਾਇਰਲ ਹੋਇਆ ਸੀਗਾ, ਜਿਹਦੇ ਵਿੱਚ ਇਹ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਜੋ ਚੀਜ਼ਾਂ ਵਾਪਰਦੀਆਂ ਨੇ ਉਹਦੇ ਉੱਤੇ ਗੱਲਾਂ ਹੋਈਆਂ ਕਿ ਕਿਸ ਤਰੀਕੇ ਨਾਲ ਜਿਹੜੀਆਂ ਅਸ਼ਲੀਲ ਚੀਜ਼ਾਂ ਸੋਸ਼ਲ ਮੀਡੀਆ 'ਤੇ ਕੀਤੀਆਂ ਜਾਂਦੀਆਂ ਨੇ, ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਆ ਉਹ ਪੰਜਾਬ ਦੀ ਕੁੜੀਆਂ ਨੂੰ ਡੀਮੋਰਲਾਈਜ਼, ਡੀਗ੍ਰੇਡ ਕਰ ਰਹੀਆਂ ਨੇ। ਉਹਨਾਂ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾ ਸਕਦਾ ਆ? ਬਿਲਕੁਲ ਰੋਕਿਆ ਜਾ ਸਕਦਾ ਹੈ, ਕਿਉਂ ਨਹੀਂ ਰੋਕਿਆ ਜਾ ਸਕਦਾ। ਇਹ ਵੀ ਸਟੇਟ ਦੇ ਹੱਥ 'ਚ। ਮੈਂ ਬੜੀ ਵਾਰੀ ਸਰਕਾਰ ਨੂੰ ਲਿਖਿਆ, ਸਟੇਟ ਦਾ ਸੈਂਸਰ ਬੋਰਡ ਹੋਣਾ ਚਾਹੀਦਾ। ਇਹੋ ਜਿਹੇ ਜਿਹੜੇ ਗਾਣੇ ਸਾਡੇ ਯੂਥ ਨੂੰ ਖਰਾਬ ਕਰ ਰਹੇ ਨੇ, ਜਾਂ ਇਹੋ ਜਿਹੀ ਅਭਦਰ ਭਾਸ਼ਾ ਜਿਹੜੇ ਸਾਡੇ ਬੱਚਿਆਂ ਨੂੰ ਖਰਾਬ ਕਰ ਰਹੀ ਹੈ, ਹੋਣਾ ਚਾਹੀਦਾ। ਇਹ ਕੰਮ ਸਰਕਾਰ ਦਾ ਤੇ ਹੋਣਾ ਚਾਹੀਦਾ। ਮੈਮ, ਇਹਨਾਂ ਨੂੰ ਕਿਉਂਕਿ ਅਸੀਂ ਦੇਖਦੇ ਹਾਂ, ਕਿਉਂਕਿ ਜਿਹੜੀਆਂ ਆਹ ਚੀਜ਼ਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਖਰਾਬ ਕਰ ਰਹੇ, ਕਿਉਂਕਿ ਉਹੀ ਇੱਕ ਲੀਡ ਕਰ ਰਿਹਾ ਨੌਜਵਾਨ ਪੀੜ੍ਹੀ ਨੂੰ ਕਿ ਕਿੱਧਰਲੇ ਪਾਸੇ ਜਾਓ, ਕਿਸ ਤਰੀਕੇ ਨਾਲ ਜਾਓ। ਸੈਂਸਰ ਬੋਰਡ ਹੋਣਾ ਚਾਹੀਦਾ ਆ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਸਰਕਾਰਾਂ ਨੇ ਉਹ ਚਾਹੁੰਦੀਆਂ ਨੇ ਕਿ ਸੈਂਸਰ ਬੋਰਡ ਆਉਣ, ਜਾਂ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਨੌਜਵਾਨ ਪੀੜ੍ਹੀ ਹੈ, ਕਿਤੇ ਨਾ ਕਿਤੇ ਜੇਕਰ ਪੰਜਾਬ ਦੀ ਨੌਜਵਾਨੀ ਖਰਾਬ ਹੋਏਗੀ, ਬਹੁਤ ਸਾਰੀ ਚੀਜ਼ਾਂ ਨੂੰ ਫਾਇਦੇ ਵੀ ਹੋ ਜਾਣਗੇ? ਦੇਖੋ, ਸਰਕਾਰਾਂ ਦਾ ਇਹ ਤੁਹਾਨੂੰ ਤੇ ਪਤਾ ਹੋਏਗਾ, ਉਹਨਾਂ ਦਾ ਨਾ ਸਿਰਫ ਵੋਟ ਬੈਂਕ ਚਾਹੀਦਾ ਹੁੰਦਾ। ਉਹਨਾਂ ਨੂੰ ਕੋਈ ਕੰਸਰਨ ਨਹੀਂ, ਸਿਰਫ ਉਹ ਵੋਟ ਬੈਂਕ ਨੂੰ ਹੀ ਕੰਸੀਡਰ ਕਰਦੇ ਨੇ। ਔਰ ਜਿਹੜਾ ਯੂਥ ਹੈ, ਜਦੋਂ ਇੱਦਾਂ ਦੇ ਮਿਊਜ਼ਿਕ ਬਣਦੇ ਨੇ, ਮੈਨੂੰ ਲੱਗਦਾ ਹੈ ਕਈ ਵਾਰੀ ਬੱਚਿਆਂ ਨੂੰ ਸਮਝ ਵੀ ਨਹੀਂ ਆਉਂਦਾ ਸ਼ਬਦਾਵਲੀ ਕੀ ਹੈ। ਉਹਨਾਂ ਨੂੰ ਬੀਟਸ ਜਿਹੜੀਆਂ ਸਾਊਂਡ ਲਾਊਡ ਵੱਜ ਰਹੇ ਹੁੰਦੇ ਨੇ, ਮਿਊਜ਼ਿਕ ਨਾਲ ਕੰਸਰਨ ਹੁੰਦਾ। ਤੇ ਇਹ ਸਰਕਾਰਾਂ 'ਤੇ ਡਿਪੈਂਡ ਕਰਦਾ ਹੈ, ਪਰ ਆਉਣ ਵਾਲੇ ਸਮੇਂ 'ਚ ਚੀਜ਼ਾਂ ਜ਼ਰੂਰ ਬਦਲਣਗੀਆਂ। ਇੱਕ ਚੀਜ਼ ਮੈਂ ਨਾ ਹਮੇਸ਼ਾ ਸੋਚਦੀ ਹਾਂ ਕਿ ਜਿਸ ਵਕਤ ਸਾਡੀ ਫਿਲਮਾਂ ਆਉਂਦੀਆਂ ਨੇ, ਬਹੁਤ ਸਾਰੀ ਫਿਲਮਾਂ 'ਚ ਬਹੁਤ ਚੀਜ਼ਾਂ ਵਾਪਰਦੀਆਂ ਨੇ, ਜਿਹੜੀ ਆਪਾਂ ਮਾਡਰਨਾਈਜੇਸ਼ਨ ਸਿੱਖ ਰਹੇ ਹਾਂ ਉਹ ਕਿਤੇ ਨਾ ਕਿਤੇ ਫਿਲਮਾਂ ਤੋਂ ਸਿੱਖ ਰਹੇ ਹਾਂ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਲਮੀ ਤੌਰ ਤਰੀਕਿਆਂ ਤੋਂ ਸਿੱਖ ਕੇ ਜਿਹੜੇ ਬੱਚੇ ਨੇ ਉਹ ਗਲਤ ਕਰ ਰਹੇ ਨੇ? ਬਿਲਕੁਲ, ਇਹਦਾ ਬੜਾ ਇੰਪੈਕਟ, ਸਿੱਧਾ ਇਹਦਾ ਹੀ ਇੰਪੈਕਟ ਪੈ ਰਿਹਾ ਕਿ ਜੋ ਐਕਚੁਅਲ ਵਿੱਚ ਟੀਵੀ 'ਤੇ ਜਾਂ ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਰਹੇ ਹੋ ਉਹ ਪ੍ਰੈਕਟੀਕਲ ਨਹੀਂ ਹੈ। ਡਿਪੈਂਡ ਕਰਦਾ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ, ਬੈਲੈਂਸ ਕਿੱਦਾਂ ਫੈਮਿਲੀ 'ਚ ਕਰਦੇ ਹੋ, ਤੁਹਾਡੇ ਆਪਣੀ ਫੈਮਿਲੀ ਦੇ ਸੰਸਕਾਰ ਕੀ ਨੇ, ਤੁਹਾਡਾ ਕਲਚਰ ਕੀ ਹੈ। ਉਹ ਸਿਰਫ ਇੱਕ ਤੁਸੀਂ ਸਿਰਫ ਪੈਸੇ ਦੇ ਕੇ ਸ਼ੋਅ ਦੇਖ ਰਹੇ ਹੋ, ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ। ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਤੁਸੀਂ ਇਹੋ ਜਿਹੇ ਫਿਲਮ ਸਟਾਰਾਂ ਪਿੱਛੇ ਜਿਹੜੇ ਇੱਕ ਗਲਤ ਮੈਸੇਜ ਵੀ ਦੇ ਰਹੇ ਨੇ, ਗਲਤ ਮੂਵੀਜ਼ ਵੀ ਬਣ ਰਹੀਆਂ ਨੇ, ਉਹ ਤੁਸੀਂ ਤਾਲੀਆਂ ਵਜਾ ਰਹੇ ਹੋ, ਪੈਸੇ ਦੇ ਰਹੇ ਹੋ, ਔਰ ਇੱਕ ਆਪਣਾ ਥੋਟ ਆਫ ਪ੍ਰੋਸੈਸ ਜਿਹੜਾ ਵੇ ਉਹਦੇ 'ਤੇ ਮੈਂਟਲ ਹੈਲਥ 'ਤੇ ਫਰਕ ਪਾ ਰਹੇ ਹੋ, ਔਰ ਆਪਣੀ ਲਾਈਫ ਵਿੱਚ ਪ੍ਰੈਕਟੀਕਲ ਹੋ ਰਹੇ ਹੋ। ਕਿਤੇ ਨਾ ਕਿਤੇ ਉਹ ਚੀਜ਼ਾਂ ਇੰਪੈਕਟ ਕਰਦੀਆਂ ਨੇ ਮੈਂਟਲ ਹੈਲਥ 'ਤੇ ਖਰਾਬ ਕਰ ਰਹੀਆਂ ਨੇ। ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਨੇ। ਜਦੋਂ ਸੈਂਸਰ ਬੋਰਡ ਸਰਕਾਰਾਂ ਇਹੋ ਜਿਹੇ ਸਖਤ ਕਦਮ ਚੁੱਕ ਲੈਣਗੀਆਂ, ਮੈਂ ਭਾਰਤ ਸਰਕਾਰ ਨੂੰ ਵੀ ਲਿਖਿਆ ਸੀ ਕਿ ਸੈਂਸਰ ਬੋਰਡ ਹੈ ਜਿਹੜਾ, ਉਹਦੇ 'ਚ ਸਟੇਟ ਦੇ ਮੈਂਬਰਸ ਹੋਣੇ ਚਾਹੀਦੇ ਨੇ, ਕਿ ਕੰਸੀਡਰੇਸ਼ਨ ਹੋਣਾ ਚਾਹੀਦਾ ਹੈ। ਉਹਨਾਂ ਦਾ ਵੀ ਉੱਧਰੋਂ ਇਹੋ ਜਵਾਬ ਸੀ ਕਿ ਸਟੇਟ ਇਹਨੂੰ ਗੱਲ ਨੂੰ ਚੁੱਕੇ,
ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਹੋਏਗਾ, ਕਿਤੇ ਨਾ ਕਿਤੇ ਚੀਜ਼ਾਂ ਇੱਦਾਂ ਦੀਆਂ ਖਰਾਬ ਕਰਦੀਆਂ ਨੇ ਇੱਕ ਆਮ ਆਦਮੀ ਦੀ ਲਾਈਫ ਵਿੱਚ, ਔਰ ਇੱਕ ਜਿਹੜਾ ਦਿਖਾਵੇ ਦੀ ਲਾਈਫ ਹੈ, ਜਿਹੜਾ ਸਿਰਫ ਮਨੋਰੰਜਨ ਵਾਸਤੇ ਚੀਜ਼ਾਂ ਬਣੀਆਂ ਨੇ, ਪ੍ਰੈਕਟੀਕਲ ਰੂਪ ਵਿੱਚ ਉਹ ਚੀਜ਼ਾਂ ਖਰਾਬ ਕਰਦੀਆਂ ਨੇ। ਮੈਮ ਜਿਸ ਤਰ੍ਹਾਂ ਪੰਜਾਬ ਦੇ ਪੇਰੈਂਟਸ ਦੀ ਗੱਲ ਕਰਦੇ ਆ ਨਾ, ਕਿਤੇ ਨਾ ਕਿਤੇ ਮੁੰਡਿਆਂ ਨੂੰ ਵਿਗਾੜਨ ਦੇ ਵਿੱਚ ਪੇਰੈਂਟਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਅਸੀਂ ਹਮੇਸ਼ਾ ਦੇਖਦੇ ਹਾਂ ਕਿ ਲਾਡਲੇ ਹੁੰਦੇ ਨੇ ਜਵਾਕ, ਭਾਵੇਂ ਮੁੰਡੇ ਹੀ ਨਹੀਂ, ਕੁੜੀਆਂ ਨੂੰ ਵਿਗਾੜਨ ਦੇ ਵਿੱਚ ਵੀ ਬਹੁਤ ਵੱਡਾ ਹੱਥ ਪੇਰੈਂਟਸ ਦਾ ਹੁੰਦਾ ਆ। ਜੇਕਰ ਅਸੀਂ ਕਦੀ ਮਨੀਸ਼ਾ ਗੁਲਾਟੀ ਨੂੰ ਬੁਲਾਈਏ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਲੈਕਚਰ ਦੇਣਾ ਆ, ਤੇ ਕੁੜੀਆਂ ਨੂੰ ਕੀ ਸਿਖਾਉਂਗੇ ਤੇ ਮੁੰਡਿਆਂ ਨੂੰ ਕੀ ਸਿਖਾਉਂਗੇ, ਜ਼ਰੂਰ ਦੱਸੋ। ਦੇਖੋ, ਮੈਨੂੰ ਇਹ ਲੱਗਦਾ ਹੈ ਪੰਜਾਬ ਦੇ ਨਾ ਬੱਚੇ, ਪੰਜਾਬ ਦੇਖਿਆ ਸਾਡੇ ਭਾਰਤ ਵਿੱਚ ਹੀ ਬੱਚੇ ਪੈਂਪਰ ਚਾਈਲਡ ਸਾਡੇ ਹੁੰਦੇ ਨੇ, ਲੜਕੀ ਹੋਏ ਲੜਕਾ ਹੋਏ। ਅਸੀਂ ਹਾਂ ਹੀ ਇੱਦਾਂ ਦੇ, ਮੈਂ ਵੀ ਇੱਕ ਮਦਰ ਹਾਂ, ਤੁਹਾਡੇ ਵੀ ਮੰਮਾ ਹੋਣਗੇ, ਤੁਸੀਂ ਵੀ ਪੈਂਪਰ ਹੋਗੇ। ਸਾਡੇ ਪੇਰੈਂਟਸ ਨੇ ਸਾਨੂੰ ਹਾਲੇ ਜਦੋਂ ਮੇਰਾ ਬਹੁਤ ਯੰਗ ਏਜ ਵਿੱਚ ਮੈਂ ਜੋ ਸਫ਼ਰ ਕੀਤਾ ਹੈ, ਦੇਖਿਆ, ਅਸੀਂ ਪੈਂਪਰ ਚਾਈਲਡ ਨਹੀਂ ਸੀ। ਸਾਡੀ ਮੰਮੀ ਸਾਨੂੰ, ਆਪਾਂ ਭੈਣ ਭਰਾਵਾਂ ਨੂੰ ਘਰ ਬੰਦ ਕਰਕੇ ਅੰਦਰ ਮੰਦਰ ਚਲੇ ਜਾਣਾ, ਟਾਈਮ ਪੀਰੀਅਡ 'ਤੇ ਆ ਕੇ ਖੋਲ੍ਹਣਾ, ਰਿਸਟ੍ਰਿਕਸ਼ਨਸ ਬਹੁਤ ਸਨ, ਨਹੀਂ ਪੈਂਪਰ ਚਾਈਲਡ ਸੀ। ਪਰ ਮੇਰੇ ਬੱਚੇ ਪੈਂਪਰ ਚਾਈਲਡ ਨੇ ਅੱਜ ਦੇ ਟਾਈਮ 'ਤੇ, ਇਹ ਹੈ। ਪਰ ਪੈਂਪਰ ਚਾਈਲਡ ਹੋਣ ਨਾਲ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਸੰਸਕਾਰ, ਆਪਣੀ ਬਾਉਂਡਰੀ ਕ੍ਰੋਸ ਕਰਨ ਤੋਂ, ਤੁਸੀਂ, ਇਹ ਪੇਰੈਂਟਸ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਮਝ ਦੇ ਰਹੇ ਹੋ, ਔਰ ਬੱਚਿਆਂ 'ਤੇ ਵੀ ਡਿਪੈਂਡ ਕਰਦਾ ਕਿ ਮਾਪਿਓ ਦਾ ਵਿਸ਼ਵਾਸ ਕਿਤੇ, ਬੈਲੈਂਸ ਕਿਸ ਤਰ੍ਹਾਂ ਰਿਸ਼ਤਿਆਂ ਨੂੰ ਕਰ ਰਹੇ ਹੋ, ਰਿਸਪੈਕਟ ਕਿੰਨੀ ਕੁ ਦੇ ਰਹੇ ਹੋ। ਸ਼ਾਇਦ ਸਾਡਾ ਅੱਜ ਯੂਥ ਭਟਕ ਰਿਹਾ ਹੈ, ਇਮੇਜ ਕੌਨਸ਼ੀਅਸ ज़्यादा बच्चे हो गए ने, इमेज, आपने ये नहीं डाला मेरी बेइज्जती हो जाएगी, आपने ये नहीं किया, वहाँ जाना था, ऐसे करना था। बच्चे आजकल ਇਹ ਕਰਨ ਲੱਗ ਪਏ ਨੇ, ਕਿਤੇ ਨਾ ਕਿਤੇ ਯੂਥ ਭਟਕ ਰਿਹਾ। ਇਹੋ ਹੀ ਮੈਸੇਜ ਦਾਂਗੀ, ਚਾਹੇ ਬॉयਜ਼ ਹੋਣ, ਮੁੰਡੇ ਵੀ ਮਾੜੇ ਨਹੀਂ ਹੁੰਦੇ, ਦਿਲ ਦੇ ਬਹੁਤ ਅੱਛੇ ਹੁੰਦੇ ਨੇ, ਇਮੋਸ਼ਨਲ ਮੁੰਡੇ ਵੀ ਹੁੰਦੇ ਨੇ। ਤੇ ਲੜਕੀਆਂ ਤੇ ਖੈਰ ਔਰਤ ਤੇ ਬਣੀ ਇਮੋਸ਼ਨਸ ਦੇ ਸਾਰੇ ਹੀ ਜੀਵਨ ਕੱਟ ਦਿੰਦੀ ਏ, ਸੈਂਸਿਟਿਵ ਜ਼ਿਆਦਾ ਹੁੰਦੀ ਏ। ਤੇ ਦੋਨਾਂ ਨੂੰ ਹੀ ਮੈਸੇਜ ਦੇਵਾਂਗੀ, ਬੈਲੈਂਸ ਕਰਾਂਗੀ ਬੱਚਿਆਂ ਦੇ ਰਾਈਟਸ ਨੂੰ, ਕਿ ਉਹਨਾਂ ਦੀ ਫਰੀडम ਤੇ ਕੁਝ ਨਹੀਂ ਕੁਐਸਚਨ ਹੋਣਾ ਚਾਹੀਦਾ, ਪਰ ਬਾਉਂਡਰੀ ਕਦੀ ਨਾ ਕ੍ਰੋਸ ਕਰੋ। ਆਪਣੇ ਕਲਚਰ ਨੂੰ, ਆਪਣੇ ਪੇਰੈਂਟਸ ਨੂੰ ਰਿਸਪੈਕਟ ਦਿਓ, ਔਰ ਆਪਣੇ ਕਲਚਰ ਦਾ ਵੀ ਉਨਾ ਹੀ ਮਾਣ ਰੱਖੋ। ਕਿਆ ਬਾਤ ਹੈ। ਇਸ ਤੋਂ ਵੱਧ ਕੇ ਮੈਨੂੰ ਲੱਗਦਾ ਹੈ ਕੁਝ ਹੋਰ ਕਹਿਣ ਦੀ ਲੋੜ ਨਹੀਂ ਹੈ। ਮੈਮ ਖੁਦ ਹੀ ਐਂਡ ਦੇ ਵਿੱਚ ਕਹਿ ਗਏ, ਕਹਿੰਦੇ ਹਰ ਚੀਜ਼ ਨੂੰ ਬੈਲੈਂਸ ਕਰਕੇ ਰੱਖਣਾ ਜ਼ਰੂਰੀ ਹੈ, ਰਿਸਟ੍ਰਿਕਸ਼ਨਸ ਦੀ ਲੋੜ ਨਹੀਂ ਹੁੰਦੀ। ਜੇਕਰ ਚੰਗਾ ਜੀਵਨ ਚਾਹੀਦਾ ਆ, ਉਹ ਸੱਭਿਆਚਾਰ, ਉਹ ਸੰਸਕਾਰ ਜਿਹੜੇ ਨੇ ਪੰਜਾਬ ਦੇ, ਉਹਨਾਂ ਨੂੰ ਸਾਂਭ ਕੇ ਰੱਖੋ। ਸਾਡੀ ਪੰਜਾਬ ਦੀ ਨੌਜਵਾਨੀ ਜਿਹੜੀ ਹੈ, ਉਹ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਹੈ। ਕੈਮਰਾਮੈਨ ਜਸਪ੍ਰੀਤ ਬਾਂਗੜ ਦੇ ਨਾਲ ਅਨੂਜਾ ਸ਼ਰਮਾ, ਗਲੋਬਲ ਪੰਜਾਬ ਟੀਵੀ, ਚੰਡੀਗੜ੍ਹ।